ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਮੁਲਾਜ਼ਮ ਲਹਿਰ ਮੇਰੇ ਯਾਨੀ ਇਸ਼ਰਤ ਸਿੰਘ ਦੇ ਨਾਲ ਤੇ ਬਾਰ-ਬਾਰ ਗੱਲ ਕਰਦੇ ਹਾਂ ਕਿ ਪੰਜਾਬ ਪਹਿਲੇ ਨੰਬਰ ਤੇ ਆ ਗਿਆ ਹੈ ਸੂਬਾ ਐਜੂਕੇਸ਼ਨ ਸਕੂਲ ਐਜੂਕੇਸ਼ਨ ਦੇ ਵਿੱਚ। ਪਰ ਬਾਰ-ਬਾਰ ਇਹ ਵੀ ਜ਼ਿਕਰ ਕਰਦੇ ਹਾਂ ਕਿ ਵੱਖ-ਵੱਖ ਟੀਚਰ ਇਸ ਵੇਲੇ ਧਰਨੇ ਤੇ ਬੈਠੇ ਨੇ। ਇਹ ਕਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ, ਉਹਦੀ ਇਸ ਤੋਂ ਅੱਗੇ ਵੱਧ ਕੇ ਹੁਣ ਡਿਸਕਸ਼ਨ ਕਰਨ ਦੀ ਲੋੜ ਹੈ। NEP ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਲੈ ਕੇ ਆਈ ਹੈ ਸਰਕਾਰ, ਉਹਦੇ ਵਿੱਚ ਵੋਕੇਸ਼ਨਲ ਸਟੱਡੀਜ਼ ਯਾਨੀ ਕਿ ਉਹੋ ਜਿਹੇ ਕੋਰਸਿਸ ਜਿਨ੍ਹਾਂ ਨਾਲ ਤੁਸੀਂ ਇੱਕ ਸਕਿੱਲ ਸਿੱਖਦੇ ਹੋ ਤੇ ਨੌਕਰੀ ਲੈਣ ਦੇ ਯੋਗ ਹੋ ਜਾਂਦੇ ਹੋ, ਉਹਦੇ ਤੇ ਬਹੁਤ ਜ਼ੋਰ ਹੈ। ਲੇਕਿਨ ਪੰਜਾਬ ਦੇ ਇਸ ਵੇਲੇ ਜਿੰਨੇ ਵੋਕੇਸ਼ਨਲ ਟੀਚਰਸ ਨੇ ਉਹ ਵੀ ਇਸ ਵੇਲੇ ਇੱਕ ਧਰਨੇ ਤੇ ਨੇ। ਉਹਨਾਂ ਦੀਆਂ ਕੀ ਮੰਗਾਂ ਨੇ, ਕਿਉਂ ਧਰਨੇ ਤੇ ਨੇ, ਕੀ ਗਲਤ ਹੋ ਰਿਹਾ ਉਹਨਾਂ ਨਾਲ ਇਸ ਵੇਲੇ, ਉਹਦੀ ਗੱਲਬਾਤ ਕਰਾਂਗੇ। ਤੇ ਇੰਟਰੋਡਿਊਸ ਕਰਦੇ ਹਾਂ ਅੱਜ ਦੇ ਸਾਡੇ ਗੈਸਟ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗਗਨਦੀਪ ਜੀ ਤੇ ਮਨਦੀਪ ਕੌਰ ਜੀ, ਬਹੁਤ ਧੰਨਵਾਦ ਸਮਾਂ ਕੱਢਿਆ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਲਈ। ਤੇ ਪਹਿਲਾਂ ਤਾਂ ਆਪਣੀ ਦੋਵਾਂ ਦੀ ਇੱਕ ਛੋਟੀ ਇੰਟਰੋਡਕਸ਼ਨ ਜ਼ਰੂਰ ਦੇਣਾ ਜੀ। ਹਾਂਜੀ, ਮੇਰਾ ਨਾਮ ਗਗਨਦੀਪ ਸਿੰਘ, ਮੈਂ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦਾ ਨੁਮਾਇੰਦਾ। ਤੇ ਅੱਜ ਸਾਡੇ ਮੁੱਦਿਆਂ ਨੂੰ ਇੱਥੇ ਰਿਪਰੈਜ਼ੈਂਟ ਕਰਨ ਦੇ ਲਈ, ਦੁਨੀਆ ਦੇ ਸਾਹਮਣੇ ਰੱਖਣ ਦੇ ਲਈ ਭਾਜੀ ਟੂਡੇ ਚੈਨਲ ਤੋਂ ਪਹੁੰਚੇ ਨੇ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਮੇਰੇ ਨਾਲ ਮੇਰੇ ਸਾਥੀ ਮੈਡਮ ਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮਨਦੀਪ ਕੌਰ ਆ, ਮੈਂ ਗੁਰਦਾਸਪੁਰ ਤੋਂ ਆਈ ਹਾਂ। ਮੈਂ ਵੋਕੇਸ਼ਨਲ ਟੀਚਰ ਆ ਤੇ ਅੱਜ ਅਸੀਂ ਆਪਣੇ ਮਸਲਿਆਂ ਦਾ ਮਤਲਬ ਚਰਚਾ ਬਾਰੇ ਜਿਹੜਾ ਤੁਹਾਡੇ ਨਾਲ ਜੁੜੇ ਹੋਏ ਹਾਂ। ਤੇ ਕਿੰਨੇ ਸਾਲਾਂ ਤੋਂ ਮੈਮ ਤੁਸੀਂ ਇਸ ਜੌਬ 'ਚ ਹੋ? ਸਰ ਮੈਂ ਤਕਰੀਬਨ 4 ਸਾਲ ਤੋਂ। ਠੀਕ ਹੈ। ਤੇ ਤੁਸੀਂ ਗਗਨਦੀਪ ਜੀ? ਮੈਂ 2015 ਤੋਂ ਹਾਂ ਸਰ। 6 ਸਾਲ ਦੇ ਕਰੀਬ ਮੈਨੂੰ ਮਤਲਬ ਕਿ ਇਸ ਜੌਬ ਦੇ ਵਿੱਚ ਹੋ ਗਏ ਨੇ ਜੀ। ਤੇ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ 1978 ਤੁਹਾਡੇ ਵਰਗੇ ਹੋਰ ਵੋਕੇਸ਼ਨਲ ਟੀਚਰਸ ਨੇ ਜਿਹੜੇ ਉਸ ਵੇਲੇ ਆਊਟਸੋਰਸਿੰਗ ਦੇ ਤੌਰ ਤੇ 2014 ਚ ਭਰਤੀ ਹੋਏ ਸੀ। ਬਿਲਕੁਲ ਸਰ, ਬਿਲਕੁਲ। ਤੇ ਤੁਸੀਂ ਤਾਂ ਕਿਉਂਕਿ ਆਲਮੋਸਟ ਪਹਿਲੇ ਦਿਨ ਤੋਂ ਹੀ ਹੋ, ਫਿਰ ਕੀ ਇਸ ਵੇਲੇ ਇੰਨੇ ਸਾਲਾਂ ਤੋਂ ਸਾਡਾ ਕੀ ਮਸਲਾ ਚੱਲ ਰਿਹਾ? ਇੰਨੇ ਸਾਲਾਂ ਤੋਂ ਸਰ ਮਸਲਾ ਇਹੀ ਹੈ ਕਿ 2016 ਤੋਂ ਇਹਨਾਂ ਨੇ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਹੈ, ਉਹ ਸਿੱਖਿਆ ਜਿਹੜੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂ ਕੀਤੀ ਸੀ। ਉਹਦੇ ਤਹਿਤ ਜਿਹੜੀ ਸਾਡੀ ਭਰਤੀ ਆ ਉਹ ਵੱਖ-ਵੱਖ ਕੰਪਨੀਆਂ ਦੇ ਦੁਆਰਾ ਆਊਟਸੋਰਸ ਜ਼ਰੀਏ ਦੇ ਨਾਲ ਕੀਤੀ ਗਈ ਸੀ। ਤਾਂ ਸਟੈਪ ਬਾਈ ਸਟੈਪ ਜਿੱਦਾਂ ਥੋੜੇ ਜਿਹੇ ਟੀਚਰਸ ਨੇ ਜਿਹੜੇ 2014 ਦੇ ਵਿੱਚ ਭਰਤੀ ਕੀਤੇ ਗਏ, ਫਿਰ 2015 ਦੇ ਵਿੱਚ, ਫਿਰ 2017-18 ਦੇ ਕਰੀਬ ਆ ਜਿਹੜੇ, ਇਸ ਤਰ੍ਹਾਂ ਕਰਕੇ ਅਸੀਂ ਟੋਟਲ ਆ ਜਿਹੜੇ ਪੂਰੇ ਪੰਜਾਬ ਦੇ ਵਿੱਚ 1978 ਦੇ ਕਰੀਬ ਵੋਕੇਸ਼ਨਲ ਟੀਚਰ ਆ ਜਿਹੜੇ ਉਹ ਅਸੀਂ ਵੱਖ-ਵੱਖ ਕੰਪਨੀਆਂ ਦੁਆਰਾ ਭਰਤੀ ਕੀਤੇ ਗਏ ਸੀ। ਸਾਡਾ ਮੇਨ ਜੋ ਮੁੱਦਾ ਹੈਗਾ ਉਹ ਸਰਕਾਰ ਦੇ ਨਾਲ ਇਹੀ ਹੈ ਕਿ ਜਦੋਂ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਾਂ, ਉਹਨਾਂ ਨੂੰ ਸਕਿੱਲ ਪ੍ਰੋਵਾਈਡ ਕਰ ਰਹੇ ਹਾਂ, ਤਾਂ ਉਹ ਕੰਪਨੀਆਂ ਸਾਨੂੰ ਕਿਉਂ ਡੀਲ ਕਰ ਰਹੀਆਂ ਨੇ, ਜਿਹੜੀਆਂ ਈਵਨ ਕਿ ਪੰਜਾਬ ਤੋਂ ਵੀ ਨਹੀਂ ਨੇ, ਆਊਟ ਆਫ ਸਟੇਟ ਬਹੁਤ ਕੰਪਨੀਆਂ ਨੇ ਜਿਹੜੀਆਂ ਐਜੂਕੇਸ਼ਨ ਨੂੰ ਡੀਲ ਕਰ ਰਹੀਆਂ ਨੇ। ਪਰ ਇੱਥੇ ਇੱਕ ਸੋਚਣ ਦਾ ਵਿਸ਼ਾ ਇਹੀ ਹੈ ਕਿ ਕੀ ਸਰਕਾਰ ਕੈਪੇਬਲ ਨਹੀਂ ਹੈਗੀ ਇਸ ਤਰ੍ਹਾਂ ਦੀਆਂ ਸਕੀਮਾਂ ਚਲਾਉਣ ਦੇ ਲਈ ਜਿਹੜੀਆਂ ਪੰਜਾਬ ਦੇ ਆਉਣ ਵਾਲੇ ਭਵਿੱਖ ਦੇ ਲਈ ਬਹੁਤ ਹੀ ਜ਼ਿਆਦਾ ਕਾਰਗਰ ਸਿੱਧ ਹੋ ਸਕਦੀਆਂ। ਉਹਨਾਂ ਨੂੰ ਕਿਉਂ ਆਪਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦਿੱਤਾ ਹੋਇਆ? ਸਾਡੀ ਜਿਸ ਦਿਨ ਤੋਂ ਅਸੀਂ ਇਸ ਜੌਬ ਦੇ ਵਿੱਚ ਆਏ ਆ, ਉਸ ਦਿਨ ਤੋਂ ਅਸੀਂ ਸੰਘਰਸ਼ ਵੀ ਆਪਣੇ ਨਾਲ ਲੈ ਕੇ ਆਏ ਆ, ਤਾਂ ਜੋ ਅਸੀਂ ਜਿਹੜੇ ਕਾਰਪੋਰੇਟ ਘਰਾਣੇ ਹੈਗੇ ਆ ਇਹਨਾਂ ਨੂੰ ਸਿੱਖਿਆ ਤੋਂ ਆ ਜਿਹੜਾ ਉਹ ਪਾਸੇ ਕਰ ਸਕੀਏ। ਮੈਡਮ, ਇਸ ਸਭ ਦਾ, ਇਸ ਪ੍ਰਾਈਵੇਟਾਈਜੇਸ਼ਨ ਦਾ ਤੁਹਾਨੂੰ ਕੀ ਲੱਗਦਾ, ਤੁਹਾਡਾ ਨੁਕਸਾਨ ਕੀ ਹੈ? ਸਰ ਵੇਖੋ, ਜਿਵੇਂ ਕਿ ਸਾਨੂੰ ਕੰਪਨੀਆਂ ਜਿਹੜੀਆਂ ਵਾ, ਸਾਡੀ ਸੈਲਰੀ ਜਿਹੜੀ ਆ ਉਹ ਗਵਰਨਮੈਂਟ ਵੱਲੋਂ ਸਾਡੀ 25,000 ਸੈਲਰੀ ਹੁੰਦੀ ਸੈਂਟਰ ਵੱਲੋਂ, ਪਰ ਸਾਨੂੰ ਕੱਟ ਕਟਾ ਕੇ 11 ਤੋਂ 13,000 ਦੀ ਸੈਲਰੀ ਮਿਲਦੀ ਆ। ਤੁਸੀਂ ਵੇਖੋ ਜਿਵੇਂ ਹੁਣ ਮਤਲਬ ਅੱਜ ਦਾ ਸਮਾਂ ਵਾ, ਉਹਦੇ ਵਿੱਚ ਜਿੰਨੀ ਮਹਿੰਗਾਈ, ਉਹਦੇ ਵਿੱਚ ਆਪਾਂ ਜਿਹੜਾ 11,000 13,000 ਦੇ ਨਾਲ ਮਤਲਬ ਬਿਜਲੀ ਦਾ ਬਿੱਲ ਨਹੀਂ ਪੇ ਕਰ ਸਕਦੇ, ਤੇ ਅਸੀਂ ਆਪਣਾ ਘਰ, ਆਪਣੇ ਬੱਚੇ ਕਿਵੇਂ ਪੜਾਵਾਂਗੇ? ਬਿਲਕੁਲ ਠੀਕ ਆ। ਇਹ 6-7 ਕਰੋੜ ਦੇ ਤਕਰੀਬਨ 6-7 ਕਰੋੜ ਦੇ ਇਰਦ ਗਿਰਦ ਜਿਹੜਾ ਵਾ ਇਹ ਕੰਪਨੀਆਂ ਨੂੰ ਪੇ ਕਰਦੇ ਆ। ਉਹੀ ਜਿਹੜਾ ਮਤਲਬ ਕੰਪਨੀਆਂ ਨੂੰ ਨਾ ਪੇ ਕਰਨ, ਉਹ ਇਹਨਾਂ ਨੂੰ ਬਚਦਾ ਵਾ, ਉਹੀ ਸਾਡੀ ਸੈਲਰੀ ਦੇ ਵਿੱਚ ਵਾਧਾ ਕਰਨ, ਸਾਨੂੰ ਡਿਪਾਰਟਮੈਂਟ 'ਚ ਲੈਣ। ਸਾਡੀ ਲੇਡੀਜ਼ ਲਈ ਇੱਕ ਜਣੇਪਾ ਛੁੱਟੀ ਸਭ ਤੋਂ ਜਿਹੜੀ ਹੁੰਦੀ ਆ, ਜੋ ਕਿ ਸਾਨੂੰ ਉਹ ਵੀ ਨਹੀਂ ਦਿੱਤੀ ਜਾਂਦੀ। ਜਣੇਪਾ ਛੁੱਟੀ ਸਾਡਾ ਜਿਹੜਾ ਇੱਕ ਅਧਿਕਾਰ ਆ, ਕੋਈ ਵੀ ਔਰਤ ਜਿਹੜਾ ਮਤਲਬ ਉਹਨੂੰ ਜਣੇਪਾ ਛੁੱਟੀ ਜ਼ਰੂਰ ਮਿਲਣੀ ਚਾਹੀਦੀ ਆ, ਉਹ ਸਾਨੂੰ ਇਹਨਾਂ ਸਰਕਾਰਾਂ ਵੱਲੋਂ, ਸਾਡੇ ਡਿਪਾਰਟਮੈਂਟ ਵੱਲੋਂ, ਜਿਹੜਾ ਕੰਪਨੀ ਵੱਲੋਂ ਨਹੀਂ ਦਿੱਤੀ ਜਾਂਦੀ। ਤੇ ਕਿਉਂਕਿ ਜਿਵੇਂ ਆ ਦੱਸ ਰਹੇ ਨੇ ਕਿ ਜਿਹੜਾ ਇਹ ਫਰਕ ਦੱਸ ਰਹੇ ਨੇ ਖਾਸ ਕਰਕੇ 25,000 ਤੇ 11-13,000,
ਇਹ ਵਿਸਤਾਰ ਚ ਦੱਸਿਓ ਵੀ ਇਹ ਕੌਣ ਨੇ ਜਿਹਨੂੰ 25000 ਮਿਲ ਰਹੀ ਹੈ, ਤੁਹਾਨੂੰ ਨਹੀਂ ਮਿਲ ਰਹੀ, ਇਹ ਕਿੰਨੇ ਨੇ, ਤੁਸੀਂ ਕਿੰਨੇ ਹੋ, ਕੀ ਫਰਕ ਹੈ? ਹਾਂਜੀ, ਪੂਰੇ ਪੰਜਾਬ ਦੇ ਵਿੱਚ 1978 ਵੋਕੇਸ਼ਨਲ ਅਧਿਆਪਕਾਂ ਨੂੰ ਪੂਰੀਆਂ 22 ਕੰਪਨੀਆਂ ਆ ਜਿਹੜੀਆਂ ਉਹ ਡੀਲ ਕਰਦੀਆਂ ਨੇ। ਇਹ ਆਊਟਸੋਰਸਿੰਗ ਵਾਲੀਆਂ ਕੰਪਨੀਆਂ ਜਿਹੜੀਆਂ ਉਹ ਡੀਲ ਕਰ ਰਹੀਆਂ ਨੇ। ਹਰ ਇੱਕ ਕੰਪਨੀ ਦੇ ਰੂਲ ਐਂਡ ਰੈਗੂਲੇਸ਼ਨਸ ਅਲੱਗ-ਅਲੱਗ ਨੇ। ਛੁੱਟੀਆਂ ਸਾਨੂੰ 12 ਦੇ ਕਰੀਬ ਛੁੱਟੀਆਂ ਮਿਲਦੀਆਂ, ਬਟ ਕੋਈ ਕੰਪਨੀ ਕਹਿ ਰਹੀ ਹੈ ਕਿ ਮਹੀਨੇ ਦੇ ਵਿੱਚ ਤੁਸੀਂ 1 ਛੁੱਟੀ ਲੈ ਸਕਦੇ ਹੋ, ਕੋਈ ਕੰਪਨੀ 2 ਵੀ ਪ੍ਰੋਵਾਈਡ ਕਰਵਾ ਰਹੀ ਹੈ, ਕੋਈ 3। ਜਿੱਦਾਂ ਮੇਰੇ ਨਾਲ ਦੇ ਅਧਿਆਪਕ ਸਾਥੀ ਨੇ ਦੱਸਿਆ ਕਿ ਜਿਹੜੀ ਜਨੇਪਾ ਛੁੱਟੀ ਵੀ ਆ ਉਹ, ਜੋ ਕਿ ਇੱਕ ਮੁੱਢਲਾ ਅਧਿਕਾਰ ਆ, ਜੋ ਕਿ ਇੱਕ ਹੱਕ ਵੀ ਹੈ ਇੱਕ ਔਰਤ ਦਾ, ਉਹ ਵੀ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ। ਉਹਦੇ ਵਿੱਚੋਂ ਜੋ ਸਾਡਾ ਸੈਲਰੀ ਸਟਰਕਚਰ ਆ, ਜਿੱਦਾਂ ਮੈਡਮ ਨੇ ਹੁਣੇ ਦੱਸਿਆ ਕਿ ਜਦੋਂ ਤੋਂ ਅਸੀਂ ਸਟਾਰਟ ਕੀਤਾ ਉਦੋਂ ਤੋਂ ਤਕਰੀਬਨ 25000 ਦੇ ਕਰੀਬ ਜਿਹੜੀ ਸੈਲਰੀ ਆ ਉਹ ਸਾਡੀ ਆ ਰਹੀ ਸੀ, ਪਰ ਉਸ ਦੇ ਵਿੱਚੋਂ ਕੱਟ ਕਟਾ ਕੇ ਜਿਹੜੀ ਸਾਨੂੰ ਕੰਪਨੀਆਂ ਮਤਲਬ ਕਿ ਆਪਦੀ ਮਨਮਰਜ਼ੀ ਕਰ ਰਹੀਆਂ। ਕੋਈ ਕੰਪਨੀ ਆਪਦੇ EMPLOYEES ਨੂੰ 12000 ਕੁਝ ਸਮਥਿੰਗ ਜਿਹੜੇ ਪੇ ਕਰ ਰਹੀ ਆ, ਕੋਈ ਕੰਪਨੀ 13000 ਤੇ ਕੋਈ 14000। ਤੇ ਜਿੱਦਾਂ EMPLOYE ਪ੍ਰੋਵੀਡੈਂਟ ਫੰਡ ਦੀ ਆਪਾਂ ਗੱਲ ਕਰੀਏ, EPF ਜੋ ਆਪਣਾ ਕੱਟਿਆ ਜਾ ਰਿਹਾ, ਉਹ ਵੀ ਜੋ ਸ਼ੇਅਰ ਆ, ਜੋ EMPLOYE ਸ਼ੇਅਰ ਆ, ਉਹ ਤਾਂ ਅਸੀਂ ਦੇਣਾ ਹੀ ਦੇਣਾ। EMPLOYER ਦਾ ਸ਼ੇਅਰ ਵੀ ਆ ਜਿਹੜਾ ਉਹ ਸਾਡੀ ਪੇ ਚੋਂ ਕੱਟ ਕੇ ਸਾਡੇ ਅਕਾਊਂਟ ਦੇ ਵਿੱਚ ਪਾਇਆ ਜਾਂਦਾ। ਤਾਂ ਤੁਸੀਂ ਇਹ ਸੋਚ ਸਕਦੇ ਹੋ ਕਿ ਜਿਹੜੀ ਇਸ ਟਾਈਮ ਪ੍ਰੈਜ਼ੈਂਟਲੀ ਸਾਡੀ ਸੈਲਰੀ ਆ, ਉਹ ਜੋ ਸਟਰਕਚਰ ਹੈਗਾ ਉਹ 18192 ਹੈਗਾ। ਉਹਦੇ ਵਿੱਚੋਂ ਮਤਲਬ ਕਿ ਕੱਟ ਕਟਾ ਕੇ ਬਸ ਸਾਨੂੰ 12 ਤੋਂ 13000 ਦੇ ਵਿਚਕਾਰ ਆ ਜਿਹੜਾ ਉਹ ਇੱਕ ਅਧਿਆਪਕ ਦੇ ਹੱਥ ਦੇ ਵਿੱਚ ਆਉਂਦਾ ਹੈ। ਤੇ ਉਹ ਵੀ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਵੀ 1 ਤਰੀਕ ਨੂੰ ਤੁਹਾਡੀ ਸੈਲਰੀ ਆ ਜਿਹੜੀ ਆ ਉਹ ਆ ਜਾਣੀ ਆ। ਜੇ ਆਪਾਂ ਗੱਲ ਕਰੀਏ ਪ੍ਰਾਈਵੇਟ ਸੈਕਟਰ ਦੀ, ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ ਇਹ ਚੀਜ਼ ਆ ਜਿਹੜੀ ਉਹ ਬਹੁਤ ਹੀ ਪੰਕਚੁਅਲਿਟੀ ਦੇ ਨਾਲ ਦੇਖਿਆ ਜਾਂਦਾ ਇਸ ਚੀਜ਼ ਨੂੰ ਕਿ ਜਿਹੜਾ ਸਾਡਾ EMPLOYE ਆ ਉਹਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ। ਪਰ ਕੋਈ ਕੰਪਨੀਆਂ ਦੀ ਸੈਲਰੀਜ਼ ਆ ਜਿਹੜਾ ਹੋ ਗਿਆ ਮਹੀਨੇ ਤੋਂ ਨਹੀਂ ਆਈ, 2 ਮਹੀਨੇ ਤੋਂ ਨਹੀਂ ਆਈ, ਤਾਂ ਇੱਕ ਤਾਂ ਸਾਡੀਆਂ ਜਿਹੜੀਆਂ ਜੌਬਸ ਆ ਉਹ ਘਰ ਤੋਂ ਬਹੁਤ ਦੂਰ ਨੇ। ਬਿਲਕੁਲ। ਕੋਈ ਅਧਿਆਪਕ ਸਾਥੀ ਸਾਡਾ 200 ਕਿਲੋਮੀਟਰ ਤੇ ਬੈਠਾ, ਕੋਈ 300 ਕਿਲੋਮੀਟਰ ਤੇ ਬੈਠਾ। ਅੱਜ ਦੇ ਇੰਨੇ ਮਹਿੰਗਾਈ ਵਾਲੇ ਜ਼ਮਾਨੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਦੁੱਧ ਦਾ ਖਰਚਾ ਵੀ ਇੰਨੀ ਪੇ ਦੇ ਵਿੱਚ ਪੂਰਾ ਨਹੀਂ ਆ ਸਕਦਾ ਜੇ ਆਪਾਂ ਘਰ ਤੋਂ ਬਾਹਰ ਰਹਿ ਰਹੇ ਹਾਂ। ਸਹੀ ਗੱਲ। ਤਾਂ ਮਤਲਬ ਕਿ ਕੋਈ ਵੀ ਸਾਨੂੰ ਕੰਪਨੀਆਂ ਦਾ ਪੂਰਾ ਲਾਸ ਆ, ਜੋ ਕਾਰਪੋਰੇਟ ਘਰਾਣੇ ਆ, ਜੇ ਉਹ ਚੰਗੇ ਹੁੰਦੇ ਤਾਂ ਆਪਾਂ ਜੋ ਮਸਲਾ ਪਿੱਛੇ ਜਿੱਤ ਕੇ ਆਏ ਆ ਕਿਸਾਨੀ ਦਾ ਮਸਲਾ, ਤਾਂ ਆਪਾਂ ਨੂੰ ਕੀ ਲੋੜ ਪੈ ਗਈ ਸੀਗੀ ਕਿ ਆਪਾਂ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕਰਨ ਦੇ ਲਈ ਆਪਾਂ ਨੂੰ ਸਾਲ ਦੇ ਤਕਰੀਬਨ ਆ ਜਿਹੜਾ ਦਿੱਲੀ ਦੇ ਵਿੱਚ ਧਰਨਾ ਚਲਾਉਣਾ ਪਿਆ। ਤੇ ਸਾਡੀ ਇਹੀ ਮੰਗ ਹੈ ਕਿ ਸਿੱਖਿਆ ਨੂੰ ਵੀ ਜਿਹੜਾ ਆਪਾਂ ਉਹ ਆਜ਼ਾਦ ਕਰ ਸਕੀਏ। ਸੋ ਕਿਉਂਕਿ ਮੇਨ ਗੱਲ ਇਹ 'ਚ ਇਹ ਨਿਕਲ ਰਹੀ ਹੈ ਵੀ ਤੁਸੀਂ ਇਹਨਾਂ ਕੰਪਨੀਆਂ ਦੇ ਹੱਥ 'ਚੋਂ ਛੁੱਟੀਆਂ, ਪੇ, ਜੋ ਕੁਝ ਵੀ ਰੂਲਸ ਰੈਗੂਲੇਸ਼ਨ, ਤੇ ਉਹ ਵੀ ਸਾਰਿਆਂ ਦੇ ਅੱਡ ਹੈ, ਕੋਈ ਇੱਕ ਯੂਨੀਫਾਰਮਿਟੀ ਵੀ ਨਹੀਂ ਹੈ 22 ਕੋਈ ਯੂਨੀਫਾਰਮਿਟੀ ਨਹੀਂ ਹੈ ਇਹਦੇ ਵਿੱਚ। ਸੋ ਮੈਡਮ ਹੱਲ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ, ਕੀ ਹੋਣਾ ਚਾਹੀਦਾ? ਹੱਲ ਸਰ ਇਹੀ ਹੈ ਕਿ ਕੰਪਨੀਆਂ ਨੂੰ ਜਿਹੜਾ ਬਾਹਰ ਕੀਤਾ ਜਾਵੇ, ਤੇ ਆਪਾਂ ਜਿਵੇਂ ਰੈਗੂਲਰ ਅਧਿਆਪਕ ਨਾਲੋਂ ਵੱਧ ਕੰਮ ਕਰ ਰਹੇ ਹਾਂ ਸਕੂਲਾਂ ਦੇ ਵਿੱਚ, ਨਿਗੁਣੀਆਂ ਤਨਖਾਹਾਂ ਲੈ ਕੇ ਫਿਰ ਵੀ ਆਪਾਂ ਜਿਹੜਾ ਰੈਗੂਲਰ ਅਧਿਆਪਕ ਦੇ ਨਾਲੋਂ ਅਸੀਂ ਦੁੱਗਣਾ ਕੰਮ ਕਰ ਰਹੇ ਹਾਂ। ਡਿਊਟੀਆਂ ਵੀ ਦੇ ਰਹੇ ਹਾਂ, BLO ਡਿਊਟੀ, ਇਲੈਕਸ਼ਨ ਡਿਊਟੀ 'ਚ ਹਰੇਕ ਡਿਊਟੀ ਦੇ ਰਹੇ ਹਾਂ, ਪਰ ਫਿਰ ਵੀ ਨਿਗੁਣੀਆਂ ਤਨਖਾਹਾਂ। ਸਾਡੀ ਸੈਲਰੀ ਵਿੱਚ ਵਾਧਾ ਕੀਤਾ ਜਾਵੇ, ਮੈਡੀਕਲ ਛੁੱਟੀ ਦਿੱਤੀ ਜਾਵੇ, ਜਨੇਪਾ ਛੁੱਟੀ ਦਿੱਤੀ ਜਾਵੇ। ਸਾਡੀਆਂ ਇਹੋ ਹੀ ਮੰਗਾਂ। ਬੇਸਿਕਲੀ ਜੇ ਤੁਸੀਂ ਰੈਗੂਲਰਾਈਜ਼ ਹੋਗੇ ਤਾਂ ਗਵਰਨਮੈਂਟ ਦੇ ਸਾਰੇ ਰੂਲ ਤੁਹਾਡੇ ਤੇ ਲਾਗੂ ਹੋਈ ਜਾਣਗੇ। ਡਿਪਾਰਟਮੈਂਟ ਦੇ ਵਿੱਚ ਸਾਨੂੰ ਮਰਜ ਕੀਤਾ ਜਾਵੇ ਜੀ। ਤੇ ਇੱਕ ਇਹ ਵੀ ਗੱਲ ਹੈ ਕਿ ਕਦੀ ਤੁਹਾਨੂੰ ਕੰਪਨੀ ਕੰਮ ਦੇ ਦਿੰਦੀ ਹੈ, ਕਦੀ ਸਕੂਲ ਅੱਡ ਦੇ ਦਿੰਦਾ, ਫਿਰ ਤੁਹਾਨੂੰ ਛੁੱਟੀ ਲਈ ਵੀ ਸਮਝ ਨਹੀਂ ਆਉਂਦੀ ਪ੍ਰਿੰਸੀਪਲ ਤੋਂ ਲਈਏ ਕਿ ਕੰਪਨੀ ਤੋਂ। ਇਹ ਵੀ ਇਸ਼ੂ ਚੱਲ ਰਿਹਾ ਨਾ ਜੀ? ਹਾਂ, ਬਹੁਤ ਇਸ਼ੂ ਚੱਲ ਰਿਹਾ। ਅਗਰ ਸਾਨੂੰ ਮੰਨ ਲਓ ਕਿ ਅਸੀਂ ਮਤਲਬ ਕਿਸੇ ਨੇ ਫੌਰਨ ਲਈ ਅਪਲਾਈ ਕਰਨਾ ਵਾ, ਆਪਾਂ ਜਿਹੜਾ ਸਾਡਾ ਇਹ ਹੈ ਕਿ ਅਸੀਂ ਐਕਸਪੀਰੀਅੰਸ ਸਰਟੀਫਿਕੇਟ ਵੀ ਬਣਵਾਉਣਾ, ਉਹ ਵੀ ਪ੍ਰਿੰਸੀਪਲ ਕਹਿ ਰਹੇ ਆ ਨਹੀਂ ਕੋਆਰਡੀਨੇਟਰਸ ਕੋ ਜਿਹੜਾ ਕਰਵਾਓ। ਕੋਆਰਡੀਨੇਟਰ ਕਹਿ ਰਹੇ ਹਾਂਜੀ ਕੰਪਨੀ ਦੇ ਕੋਆਰਡੀਨੇਟਰ ਕੋ ਕਰਵਾਏ। ਕੋਆਰਡੀਨੇਟਰ ਕਹਿ ਰਿਹਾ ਕੋਈ ਨਹੀਂ ਤੁਹਾਨੂੰ ਦੱਸਦੇ ਆ 5-7 ਦਿਨਾਂ ਚ, ਇਦਾਂ ਕਰਕੇ ਉਹ ਟਾਈਮ ਹੀ ਲੰਘ ਜਾਂਦਾ। ਠੀਕ ਹੈ, ਇਸ ਕਰਕੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ। ਤੇ ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀਗੇ ਕਿ ਕੋਈ ਬਹੁਤ ਔਖਾ ਨਹੀਂ ਹੈ, 2000 ਦੇ ਕਰੀਬ ਸਮੀਆਂ ਖਾਲੀ ਪਈਆਂ ਨੇ ਤੇ 1978 ਤੁਸੀਂ ਸਰਕਾਰ ਬੜੀ ਈਜ਼ੀਲੀ ਤੁਹਾਨੂੰ ਉਹ ਚ ਪਾ ਸਕਦੀ ਹੈ। ਹਾਂਜੀ, ਵਿਭਾਗ ਦੇ ਵਿੱਚ ਵੋਕੇਸ਼ਨਲ ਐਜੂਕੇਸ਼ਨ ਦੇ ਲਈ ਜੋ ਮਤਲਬ ਕਿ ਸਿੱਖਿਆ ਦੇ ਲਈ ਜੋ 2000 ਦੇ ਕਰੀਬ ਪੋਸਟਾਂ ਜਿਹੜੀਆਂ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚੋਂ ਖਾਲੀ ਪਈਆਂ ਨੇ। ਤੇ ਅਸੀਂ 1978 ਜੋ ਅਧਿਆਪਕ ਸਾਥੀ ਹੈਗੇ, ਅਸੀਂ ਸਾਰੀਆਂ ਉਹਨਾਂ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹਾਂ। ਜੋ ਐਲੀਜੀਬਿਲਟੀ ਉਹਨਾਂ ਨੂੰ ਚਾਹੀਦੀ ਆ ਉਹ ਅਸੀਂ ਸਾਰੇ ਪੂਰੀ ਕਰਦੇ ਹਾਂ। ਸਾਡੇ ਵਿੱਚੋਂ ਗ੍ਰੈਜੂਏਸ਼ਨ ਤਾਂ ਸਾਰੇ ਹੀ ਨੇ, ਮਾਸਟਰ ਡਿਗਰੀਜ਼ ਹੈ ਬਹੁਤ ਆ, ਜਿਹੜੇ ਸਾਡੇ ਦੇ ਵਿੱਚੋਂ PhD ਹੋਲਡਰ ਵੀ ਨੇ। ਤਾਂ ਤੁਸੀਂ ਇੱਕ ਦੇਖ ਲਓ ਵੀ ਇੱਕ PhD ਹੋਲਡਰ ਆ ਜਿਹੜਾ ਉਹ ਸਿਰਫ 11 ਤੋਂ 12000 ਰੁਪਇਆ ਮਤਲਬ ਕਿ ਲੈ ਰਿਹਾ, ਤੇ ਜੋ ਆਪਦੀ ਜ਼ਿੰਦਗੀ ਦੇ ਸੁਨਹਿਰੀ ਪਲ ਹੈਗੇ ਆ। ਆਪਾਂ ਜੇ ਗੱਲ ਕਰੀਏ ਤਾਂ ਬੰਦੇ ਦੇ ਸਰਵਾਈਵਲ ਦਾ, ਬੰਦੇ ਦੇ ਫਿਊਚਰ ਸੈੱਟ ਕਰਨ ਦੀ ਜਿਹੜੀ ਏਜ ਆ ਉਹ 23 ਤੋਂ 30 ਦੇ ਵਿੱਚ ਆਪਾਂ ਲੈ ਕੇ ਚੱਲਦੇ ਹਾਂ। ਉਹ ਸਾਰੀ ਦੀ ਸਾਰੀ ਜਿਹੜੀ ਅਸੀਂ ਆਪਦੀ ਜ਼ਿੰਦਗੀ ਦੇ ਸੁਨਹਿਰੀ ਪਲ ਆ ਉਹ ਅਸੀਂ ਸਕੂਲਾਂ ਨੂੰ ਦੇ ਚੁੱਕੇ ਹਾਂ। ਪਰ ਉਹਦੇ ਵਿੱਚ ਸਾਨੂੰ ਕੀ ਬੈਨੀਫਿਟ ਹੋ ਰਿਹਾ, ਜਿੱਦਾਂ
ਤੁਸੀਂ ਪੁੱਛ ਰਹੇ ਸੀਗੇ ਕਿ ਇਹਦਾ ਕੀ ਹੱਲ ਹੋ ਸਕਦਾ, ਇਹਦਾ ਹੱਲ ਇਹੀ ਹੋ ਸਕਦਾ ਕਿ ਜੋ 2000 ਦੇ ਕਰੀਬ ਪੋਸਟਾਂ ਖਾਲੀ ਪਈਆਂ, ਸਾਨੂੰ 1978 ਅਧਿਆਪਕ ਸਾਥੀਆਂ ਨੂੰ ਉਸ ਪੋਸਟਾਂ ਦੇ ਵਿੱਚ ਮਰਜ ਕਰਕੇ ਡਿਪਾਰਟਮੈਂਟ ਆ ਜਿਹੜਾ ਉਹ ਆਪਦੇ ਅੰਡਰ ਲਵੇ, ਤਾਂ ਕਿ ਅਸੀਂ ਵੀ ਆ ਜਿਹੜੀ ਉਹ ਵਧੀਆ ਜ਼ਿੰਦਗੀ ਆ ਜਿਹੜੀ ਉਹ ਜਿਉ ਸਕੀਏ। ਕਿਉਂਕਿ ਸੇਮ ਵਰਕ ਸੇਮ ਪੇ ਦੀ ਆਪਾਂ ਜੇ ਗੱਲ ਕਰੀਏ ਤਾਂ ਅਸੀਂ ਵੀ ਜਿਹੜੇ ਸਕੂਲ ਦੇ ਵਿੱਚ ਰੈਗੂਲਰ ਅਧਿਆਪਕ ਸਾਥੀ ਨੇ ਉਹਨਾਂ ਦੇ ਬਰਾਬਰ ਦਾ ਕੰਮ ਕਰ ਰਹੇ ਹਾਂ ਅਸੀਂ ਸਾਰਾ। ਤੇ ਜੇ ਗੱਲ ਆਉਂਦੀ ਹੈਗੀ ਆ, ਜਿੱਦਾਂ ਮੈਡਮ ਨੇ ਦੱਸਿਆ ਕਿ ਸਾਨੂੰ ਕੋਈ ਸਰਟੀਫਿਕੇਟ ਅਸੀਂ ਇਸ਼ੂ ਕਰਵਾਉਣਾ ਹੈਗਾ ਆਪਦੇ ਲਈ, ਆਪਦੇ ਬੈਨੀਫਿਟ ਦੇ ਲਈ, ਤਾਂ ਉਹਦੇ ਕੰਪਨੀਆਂ ਕਹਿ ਰਹੀਆਂ ਵੀ ਤੁਸੀਂ ਆਪਦੇ ਪ੍ਰਿੰਸੀਪਲ ਤੋਂ ਲਓ। ਪ੍ਰਿੰਸੀਪਲਸ ਕਈ ਵਾਰੀ ਉਹਨਾਂ ਨੂੰ ਵੀ ਸਮਝ ਨਹੀਂ ਆ ਰਿਹਾ ਵੀ ਅਸੀਂ ਇਹਨਾਂ ਨੂੰ ਦੇ ਵੀ ਸਕਦੇ ਹਾਂ ਜਾਂ ਨਹੀਂ ਦੇ ਸਕਦੇ, ਹੈ ਨਾ ਕੋਈ ਚੀਜ਼। ਤਾਂ ਫਿਰ ਜਦੋਂ ਤਾਂ ਸਰਕਾਰ ਨੇ ਕੰਮ ਲੈਣਾ ਉਦੋਂ ਤਾਂ ਸਰਕਾਰ ਕਹਿ ਦਿੰਦੀ ਹੈ ਕਿ ਹੁਣ ਜਿੱਦਾਂ ਵੋਟਾਂ ਆ ਰਹੀਆਂ ਜੀ, ਹੈ ਨਾ, ਹੁਣ ਇਲੈਕਸ਼ਨਸ ਦੇ ਵਿੱਚ ਅਸੀਂ ਸਾਰੇ ਸਾਥੀ ਆ ਜਿਹੜੇ ਉਹ ਡਿਊਟੀਆਂ ਦੇਵਾਂਗੇ। ਇੰਨਾ ਕੁ ਸੈਂਸਿਟਿਵ ਮੁੱਦਾ ਹੁੰਦਾ ਆਪਣੀ ਪੰਜਾਬ ਸਟੇਟ ਦੀ ਜੇ ਗੱਲ ਕਰੀਏ ਚੋਣਾਂ ਦੇ ਵਿੱਚ, ਜੇ ਕੋਈ ਵੀ ਮਤਲਬ ਕਿ ਸਾਡੀ ਸਿਹਤ ਦੇ ਉੱਪਰ 19-21 ਹੁੰਦੀ ਆ ਤਾਂ ਕੀ ਉਹਦਾ ਸਾਨੂੰ ਕੀ ਮਿਲੂਗਾ? ਉਹਦਾ ਕੁਝ ਵੀ ਨਹੀਂ ਹੈਗਾ। ਜੋ ਇੱਕ ਰੈਗੂਲਰ ਕੋਈ ਵੀ EMPLOYE ਹੈਗਾ ਉਹਦੇ ਇੰਸ਼ੋਰੈਂਸ ਜਾਂ ਉਹਦੀ ਫੈਮਿਲੀ ਦੇ ਲਈ ਕੋਈ ਜੌਬ ਆਫਰ ਕੁਝ ਵੀ ਹੋ ਸਕਦਾ, ਬਟ ਸਾਡੇ ਲਈ ਉਦਾਂ ਦਾ ਕੁਝ ਵੀ ਨਹੀਂ ਹੈਗਾ। ਫਿਰ ਵੀ ਅਸੀਂ ਆਪਦੀ ਜ਼ਿੰਦਗੀ ਨੂੰ ਰਿਸਕ ਦੇ ਵਿੱਚ ਪਾ ਕੇ ਜੋ ਵੀ ਮਤਲਬ ਕਿ ਸਾਡੇ ਤੋਂ ਕੰਮ ਲਿਆ ਜਾਂਦਾ ਸਰਕਾਰ ਦੁਆਰਾ ਉਹਨੂੰ ਅਸੀਂ ਪੂਰਨ ਤੌਰ ਤੇ ਨੇਪਰੇ ਚੜ੍ਹਦੇ ਹਾਂ ਜੀ। ਤੇ ਥੋੜਾ ਤੁਹਾਡੀ ਨੌਕਰੀ ਬਾਰੇ ਸਮਝੋ, ਐਗਜ਼ੈਕਟਲੀ ਤੁਸੀਂ ਕੀ ਕਰਦੇ ਹੋ, ਸਾਡੀ ਜਨਤਾ ਨੂੰ ਇੱਕ ਸਰਲ ਤਰੀਕੇ ਨਾਲ ਸਮਝਾਓ। ਸਰ ਮਤਲਬ ਇਹ ਨਾ ਇੱਕ ਪੈਟਰਨ ਉਹਨਾਂ ਬਣਾਇਆ ਵਾ 4 ਸਾਲਾ 2 ਸਾਲਾ ਪੈਟਰਨ। ਇਹਦੇ ਵਿੱਚ ਜਿਵੇਂ ਮਤਲਬ ਇੱਕ ਵੋਕੇਸ਼ਨਲ ਸਕਿੱਲ ਡਿਵੈਲਪਰ, ਇਹ 4 ਸਾਲ ਦੀ ਪੜ੍ਹਾਈ 2 ਸਾਲ ਪਹਿਲਾਂ 4 ਸਾਲ ਦੀ ਸੀ, ਹੁਣ ਉਹਨਾਂ ਨੇ 2-2 ਸਾਲ ਦੀ ਕਰ ਦਿੱਤੀ ਆ। ਜਿਵੇਂ 9th ਤੇ 10th ਦਾ ਇੱਕ ਜਿਹੜਾ ਸੈਸ਼ਨ ਕਰਤਾ ਵਾ, ਉਹ ਮਤਲਬ ਉਹਨਾਂ ਨੂੰ ਜਿਵੇਂ ਆਪਾਂ ਡਿਪਲੋਮਾ ਕਰਦੇ ਆ ਨਾ, ਉਹ ਆਪਾਂ +2 ਤੋਂ ਬਾਅਦ ਕਰਦੇ। ਇਹ ਸਰਕਾਰ ਦਾ ਉਪਰਾਲਾ ਤੇ ਬਹੁਤ ਵਧੀਆ ਵਾ, ਪਰ ਇਹ ਟੀਚਰਸ ਵਾਸਤੇ ਉਪਰਾਲਾ ਨਹੀਂ ਵਧੀਆ, ਠੀਕ ਹੈ। ਇਹ ਮਤਲਬ ਜਿੱਦਾਂ ਗਰੀਬ ਘਰਾਂ ਦੇ ਬੱਚੇ ਉਹ ਪੜ੍ਹ ਨਹੀਂ ਸਕਦੇ, ਬਾਦਾਂ ਕੋਈ ਕੋਰਸ ਨਹੀਂ ਕਰ ਸਕਦੇ, ਇਹ ਜਿਹੜੇ ਸਕਿੱਲ ਡਿਵੈਲਪਰ ਆ ਇਹ ਬੱਚਿਆਂ ਨੂੰ ਜਿਹੜਾ ਵਾ ਉਹ ਕੋਰਸ ਹੀ ਕਰਵਾ ਰਹੇ ਆ। ਇੱਕ 4 ਸਾਲਾ ਕੋਰਸ ਆ ਇਹਨਾਂ ਦਾ, ਉਹਨਾਂ ਨੂੰ ਜਿਹੜਾ ਵੱਖਰਾ ਸਰਟੀਫਿਕੇਟ ਜਿਹੜਾ ਮਿਲਦਾ। 9ਵੀਂ ਤੇ 10ਵੀਂ ਤੇ 11ਵੀਂ 12ਵੀਂ। ਹਾਂਜੀ ਸਰ, ਠੀਕ ਹੈ। ਤੇ ਕਿਸ ਤਰ੍ਹਾਂ ਦੇ ਵੋਕੇਸ਼ਨਲ ਕੋਰਸਸ ਜਾਂ ਪਪੂਲਰ ਕਿਹੜੇ ਨੇ ਜ਼ਿਆਦਾਤਰ ਬੱਚਿਆਂ? ਪਪੂਲਰ ਜਿੱਦਾਂ ਹੁਣ ਆਪਾਂ ਗੱਲ ਕਰੀਏ ਤਾਂ ਐਗਰੀਕਲਚਰ ਸਟਰੀਮ ਵੀ ਹੈਗੀ ਆ, IT ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਸਭ ਤੋਂ ਜ਼ਰੂਰੀ ਆ, ਹਨਾ, ਉਹ ਵੀ ਸਟਰੀਮ ਆ ਜਿਹੜੀ ਇਹਦੇ ਵਿੱਚ ਹੈਗੀ ਆ। ਫਿਜ਼ੀਕਲ ਐਜੂਕੇਸ਼ਨ ਵੀ ਹੈਗੀ ਆ, ਬਿਊਟੀ ਐਂਡ ਵੈਲਨੈਸ ਵੀ ਹੈਗੀ ਆ। ਤਾਂ ਇਸ ਤਰ੍ਹਾਂ ਮਤਲਬ ਕਿ ਹੈਲਥ ਕੇਅਰ ਹੈਗੀ ਆ, ਹਨਾ, ਜਿਵੇਂ ਨਰਸਿੰਗ ਹੁੰਦੀ, ਮਤਲਬ ਕਿ ਪਲੰਬਿੰਗ, ਜੋ ਮਤਲਬ ਕਿ ਸਾਰੀਆਂ ਉਸ ਤਰ੍ਹਾਂ ਦੀਆਂ ਟ੍ਰੇਡਸ ਨੇ ਜਿਨ੍ਹਾਂ ਨੂੰ ਕੋਈ ਵੀ ਬੱਚਾ ਅਡਾਪਟ ਕਰਕੇ ਆਪਦੇ ਫਿਊਚਰ ਦੇ ਵਿੱਚ ਮਤਲਬ ਕਿ ਵਧੀਆ ਪੇ ਤੇ ਕੰਮ ਕਰ ਸਕਦਾ। ਬਿਲਕੁਲ ਇੱਕ ਸਪੈਸੀਫਿਕ ਸਕਿੱਲ ਸਿੱਖ ਕੇ ਉਸੇ ਵੇਲੇ ਨੌਕਰੀ ਉਹਨੂੰ ਮਿਲ ਸਕਦੀ ਹੈ। ਬਿਲਕੁਲ ਜਿੱਦਾਂ ਮੈਡਮ ਦੱਸ ਰਹੇ ਸੀ ਕਿ 9ਵੀਂ ਤੇ 10ਵੀਂ ਦਾ ਜਿੱਦਾਂ ਪਹਿਲਾਂ ਮਤਲਬ ਕਿ 9ਵੀਂ ਤੋਂ ਸਟਾਰਟ ਹੋ ਕੇ 12ਵੀਂ ਤੱਕ ਜਿਹੜਾ ਉਹ ਕੋਰਸ ਕੰਪਲੀਟ ਹੁੰਦਾ ਸੀ। ਇਹਦੇ ਚ ਮੈਂ ਤੁਹਾਨੂੰ ਇੱਕ ਦੱਸ ਦੇਣਾ ਚਾਹਣਾ ਕਿ 9th ਕਲਾਸ ਜਦੋਂ ਸਾਡੇ ਕੋਲੇ 9ਵੀਂ ਤੋਂ 12ਵੀਂ ਤੱਕ ਬੱਚੇ ਆਉਂਦੇ ਨੇ, 9ਵੀਂ ਕਲਾਸ ਦੇ ਵਿੱਚ ਜਦੋਂ ਬੱਚਾ ਮਤਲਬ ਕਿ ਸਾਡੇ ਸਬਜੈਕਟ ਦੇ ਨਾਲ ਪਾਸ ਆਊਟ ਹੋ ਕੇ 10ਵੀਂ ਕਲਾਸ ਦੇ ਵਿੱਚ ਚਲਾ ਜਾਂਦਾ ਤਾਂ ਉਹ ਆਪਦਾ ਲੈਵਲ 1 ਪੂਰਾ ਕਰ ਲੈਂਦਾ ਨਾਲ। ਓਕੇ, ਲੈਵਲ 1 ਪੂਰਾ ਹੋਣ ਦੇ ਨਾਲ ਫਿਰ ਜਿਹੜਾ 2 ਸਾਲਾ ਜੌਬ ਰੋਲ ਹੈਗਾ, ਜਦੋਂ ਲੈਵਲ 1 ਤੇ ਲੈਵਲ 2 ਯਾਨੀ ਕਿ 10ਵੀਂ ਕਲਾਸ ਵੀ ਉਹਨੇ ਸਾਡੇ ਸਬਜੈਕਟ ਦੇ ਨਾਲ ਪੂਰੀ ਕਰ ਲਈ ਤਾਂ ਉਹ ਇੱਕ ਡਿਪਲੋਮਾ ਹੋਲਡਰ ਬਣ ਜਾਂਦਾ ਜੀ। ਮਤਲਬ ਕਿ ਪੜ੍ਹਾਈ ਦੇ ਨਾਲ ਨਾਲ ਉਹ ਇੱਕ ਡਿਪਲੋਮਾ ਵੀ ਜਿਹੜਾ ਕੰਪਲੀਟ ਕਰ ਰਿਹਾ। ਜੇ ਮੈਂ ਆਪਣੀ ਸਟਰੀਮ ਦੀ ਗੱਲ ਕਰਾਂ ਖੇਤੀਬਾੜੀ ਦੀ ਤਾਂ ਪਹਿਲਾਂ 4 ਸਾਲਾ ਸੀਗਾ, ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜੇ ਬੱਚਿਆਂ ਨੇ 4 ਸਾਲਾ ਕੋਰਸ ਕੀਤਾ ਹੈਗਾ ਮੇਰੇ ਕੋਲੇ ਡਿਪਲੋਮਾ ਹੋਲਡਰ ਹੋ ਚੁੱਕੇ ਨੇ, ਉਹ ਆਪਦੇ ਸਰਟੀਫਿਕੇਟ ਦੇ ਨਾਲ ਜਿੱਦਾਂ ਉਹਨਾਂ ਨੇ ਮਤਲਬ ਕਿ ਤੁਸੀਂ ਦੇਖੋ ਵੀ ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕਰਨਾ, ਤਾਂ ਉਹ ਸਰਟੀਫਿਕੇਟ ਦੀ ਵਰਤੋਂ ਦੇ ਨਾਲ ਜੋ ਸਬਸਿਡੀ ਮਿਲਦੀ ਹੈ ਉਹ ਉਹਦੇ ਲਈ ਵੀ ਕੈਪੇਬਲ ਹੋ ਜਾਂਦੇ। ਤਾਂ ਮਤਲਬ ਕਿ ਉਪਰਾਲਾ ਬਹੁਤ ਵਧੀਆ, ਜਿੱਦਾਂ ਮੈਡਮ ਨੇ ਦੱਸਿਆ ਬੱਚਿਆਂ ਦੇ ਲਈ ਬਹੁਤ ਵਧੀਆ ਉਪਰਾਲਾ, ਬਟ ਜੋ ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ ਉਹਨਾਂ ਦਾ ਭਵਿੱਖ ਕਿੰਨਾ ਕਿ ਸੁਰੱਖਿਅਤ ਹੈ ਜਾਂ ਨਹੀਂ, ਇਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਤੇ ਆਪਣੇ ਕੋਲ ਕੋਈ ਇਹੋ ਜਿਹੇ ਅੰਕੜੇ ਹੈ ਕਿ ਸਾਰੇ ਸਕੂਲਾਂ 'ਚ ਵੋਕੇਸ਼ਨਲ ਟੀਚਰ ਹੈ ਵੀ ਕਿ ਨਹੀਂ? ਨਹੀਂ, ਸਾਰੇ ਸਕੂਲਾਂ ਦੇ ਵਿੱਚ ਵੋਕੇਸ਼ਨਲ ਟੀਚਰ ਨਹੀਂ ਹੈ। ਜਿਹੜੀ ਸਾਡੀ ਵੋਕੇਸ਼ਨਲ ਐਜੂਕੇਸ਼ਨ ਆ ਉਹ 955 ਦੇ ਕਰੀਬ ਸਕੂਲਾਂ ਦੇ ਵਿੱਚ ਇਸ ਟਾਈਮ ਜਿਹੜੀ ਚੱਲ ਰਹੀ ਆ। ਹਰ ਸਕੂਲ ਦੇ ਵਿੱਚ ਜਿਹੜੇ 2 NSQ ਆਫ ਵੋਕੇਸ਼ਨਲ ਅਧਿਆਪਕ ਟੀਚਰ ਨੇ, ਦੋਨਾਂ ਦਾ ਅਲੱਗ-ਅਲੱਗ ਕੋਰਸ ਹੈਗਾ। ਜਿੱਦਾਂ ਮੇਰੇ ਸਕੂਲ ਦੀ ਗੱਲ ਕਰੀਏ ਤਾਂ ਖੇਤੀਬਾੜੀ ਤੇ ਨਾਲ ਮੇਰੇ ਉਹਦੇ ਰਿਟੇਲ ਆ ਜਿਹੜੀ ਉਹ ਨਾਲ ਜੌਬ ਰੋਲ। ਬੱਚੇ ਕੋਲ ਸਾਰੀ ਆਪਸ਼ਨਸ ਵੀ ਨਹੀਂ ਹੈਗੇ ਇੱਕ ਸਕੂਲ 'ਚ ਰਹਿ ਕੇ ਵੀ? ਨਹੀਂ, ਇੱਕ ਸਕੂਲ ਦੇ ਵਿੱਚ ਰਹਿ ਕੇ ਵੀ ਸਾਰੀਆਂ ਆਪਸ਼ਨਸ ਨਹੀਂ ਹੈਗੀਆਂ। ਜਿੱਦਾਂ ਸੋ ਬੇਸਿਕਲੀ ਲੋੜ ਤਾਂ ਬਹੁਤ ਹੈ ਤੁਹਾਡੇ ਵਰਗੇ ਹੋਰ ਸਾਥੀਆਂ ਦੀ। ਬਿਲਕੁਲ ਜੀ, ਜਿੱਦਾਂ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ NEP ਦੀ, ਨਿਊ ਐਜੂਕੇਸ਼ਨ ਪਾਲਿਸੀ ਦੀ, ਤਾਂ ਉਹਦੇ ਵਿੱਚ ਤਾਂ ਮੈਨੂੰ ਲੱਗਦਾ 6ਵੀਂ ਕਲਾਸ ਤੋਂ ਹੀ ਇਹ ਚੀਜ਼ਾਂ ਮਤਲਬ ਕਿ ਸ਼ੁਰੂ ਕੀਤੀਆਂ ਜਾਣਗੀਆਂ। ਜੇ ਆਪਾਂ ਅਬਰੋਡ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੀਆਂ ਇਹ ਚੀਜ਼ਾਂ ਨੇ ਮਤਲਬ ਕਿ ਚਲਾਈਆਂ ਜਾਂਦੀਆਂ ਨੇ ਨਾਲ ਕਿ ਆਪਾਂ ਕਿਵੇਂ ਸਕਿੱਲ ਵਰਕਰ ਇੱਕ ਜਿਹੜੇ ਬਣ ਸਕਦੇ ਹੈਗੇ। ਤੁਸੀਂ ਪਲੰਬਿੰਗ ਨਰਸਿੰਗ ਦੀ ਗੱਲ ਕੀਤੀ, ਬਹੁਤ ਹਾਈ ਪੇਇੰਗ ਜੌਬਸ ਨੇ ਬਾਹਰ ਜਾ ਕੇ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਬਿਲਕੁਲ ਹੈਲਥ ਦਾ ਤਾਂ ਹੁਣ ਜਿੱਦਾਂ ਕਰੋਨਾ ਦੇ ਵਿੱਚੋਂ ਸਾਰਾ ਮਤਲਬ ਕਿ
ਵਰਲਡ ਲੰਘ ਰਿਹਾ ਹੈਗਾ, ਤਾਂ ਉਹਦੇ ਲਈ ਆਪਾਂ ਦੇਖੀਏ ਤਾਂ ਨਰਸਿਸ ਦੀ ਡਿਮਾਂਡ ਹੀ ਬਹੁਤ ਜ਼ਿਆਦਾ ਬਿਲਕੁਲ ਹਨਾ, ਆਪਦੀ ਲਾਈਫ ਨੂੰ ਰਿਸਕ ਦੇ ਵਿੱਚ ਪਾ ਕੇ ਉਹ ਇੱਕ ਮਤਲਬ ਕਿ ਸਮਾਜ ਨੂੰ ਬਚਾ ਰਹੇ ਨੇ। ਬਿਲਕੁਲ। ਤੇ ਸਰਕਾਰ ਨਾਲ ਕੀ ਗੱਲਾਂ ਬਾਤਾਂ ਹੋ ਰਹੀਆਂ ਨੇ, ਕਿੰਨੀ ਕੁ ਮੀਟਿੰਗਸ ਹੋਈਆਂ ਨੇ, ਕੀ ਜਵਾਬ ਮਿਲਦਾ? ਜਿੱਦਾਂ ਮੈਂ ਇੱਥੇ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਅਸੀਂ ਸਾਡੇ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਜੀ ਸਿੱਧੂ ਉਹਨਾਂ ਦੀ ਅਗਵਾਈ ਦੇ ਹੇਠ ਅਸੀਂ 9 ਜੂਨ 2021 ਤੋਂ ਜਿਹੜਾ ਆਪਣਾ ਪੱਕਾ ਧਰਨਾ ਉਹ ਪਟਿਆਲਾ ਦੁੱਖ ਨਿਵਾਰਨ ਚੌਂਕ ਦੇ ਵਿੱਚ ਲਾਇਆ ਸੀ ਜੀ। ਤਾਂ ਜਦੋਂ ਮਤਲਬ ਕਿ ਆਪਣੇ ਮੁੱਖ ਮੰਤਰੀ ਸਾਹਿਬ ਚੇਂਜ ਹੋਏ ਆ, ਉਸ ਤੋਂ ਬਾਅਦ ਉੱਥੇ ਵੀ ਸਾਡੀਆਂ ਮੀਟਿੰਗਸ ਹੋਈਆਂ, ਕਦੇ ਪ੍ਰਿੰਸੀਪਲ ਸੈਕਟਰੀਜ਼ ਦੇ ਨਾਲ, ਕਦੇ ਐਜੂਕੇਸ਼ਨ ਮਿਨਿਸਟਰ ਦੇ ਨਾਲ, ਬਟ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਪਹਿਲਾਂ ਤਾਂ ਇਹ ਸੀਗਾ ਕਿ ਅਸੀਂ ਸੋਚ ਰਹੇ ਹਾਂ ਤੁਹਾਡੇ ਤੇ, ਤੁਹਾਡਾ ਕੀ ਹੋ ਸਕਦਾ ਜਾਂ ਕੀ ਨਹੀਂ ਹੋ ਸਕਦਾ। ਫਿਰ ਅਸੀਂ ਉਹਨਾਂ ਨੂੰ ਸਾਰੇ ਡਾਟਾ ਪ੍ਰੋਵਾਈਡ ਕਰਵਾਏ ਕਿ ਜਿਹੜੀਆਂ ਪੋਸਟਸ ਵੈਕੈਂਟ ਪਈਆਂ ਨੇ ਅਸੀਂ ਸਾਰੀਆਂ ਐਲੀਜੀਬਿਲਟੀਆਂ ਪੂਰੀਆਂ ਕਰ ਰਹੇ ਹਾਂ, ਤਾਂ ਸਾਨੂੰ ਉਹਦੇ ਵਿੱਚ ਕਿਉਂ ਨਹੀਂ ਮਰਜ ਕੀਤਾ ਜਾ ਰਿਹਾ। ਤਾਂ ਫਿਰ ਉਸ ਤੋਂ ਬਾਅਦ ਗਵਰਨਮੈਂਟ ਨਾਲ ਇਹ ਡਾਇਲੋਗ ਹੋਇਆ ਕਿ ਹਾਂਜੀ ਅਸੀਂ ਤੁਹਾਡਾ ਇਸ ਤੇ ਵਿਚਾਰ ਕਰ ਰਹੇ ਹਾਂ, ਅਸੀਂ ਤੁਹਾਡਾ ਕਰ ਦੇਵਾਂਗੇ। ਉਸ ਤੋਂ ਬਾਅਦ ਆਪਣੀ ਸਰਕਾਰ ਦੇ ਵਿੱਚੋਂ ਜਿਹੜੇ ਮੁੱਖ ਮੰਤਰੀ ਦਾ ਚਿਹਰਾ ਆਪਾਂ ਨੂੰ ਪਤਾ ਕਿ ਉਹ ਬਦਲ ਦਿੱਤਾ ਗਿਆ ਹੈਨਾ, ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਉਥਲ-ਪੁਥਲ ਹੋ ਗਿਆ। ਫਿਰ ਸਾਨੂੰ ਵੀ ਜਿਹੜਾ ਫਿਰ ਦੁਬਾਰਾ ਤੋਂ ਸ਼ੁਰੂ ਕਰਨਾ ਪਿਆ ਇੱਕ ਵਾਰੀ। ਫਿਰ ਅਸੀਂ ਇੱਥੇ ਮਤਲਬ ਕਿ ਖਰੜ ਦੇ ਵਿੱਚ ਪਹੁੰਚੇ, ਮਰਿੰਡੇ ਦੇ ਵਿੱਚ ਅਸੀਂ ਆਪਦੀਆਂ ਰੈਲੀਆਂ ਕੀਤੀਆਂ। ਮੀਟਿੰਗਸ ਇੱਥੇ ਵੀ ਬਹੁਤ ਹੋ ਚੁੱਕੀਆਂ ਨੇ। ਸਰਕਾਰ ਦਾ ਡਾਇਲੋਗ ਹਮੇਸ਼ਾ ਇਹੀ ਕਿ ਅਸੀਂ ਤੁਹਾਡੇ ਬਾਰੇ ਸੋਚ ਰਹੇ ਹਾਂ, ਬਹੁਤ ਜਲਦੀ ਤੁਹਾਨੂੰ ਕੋਈ ਨਾ ਕੋਈ ਸੋਲੂਸ਼ਨ ਦੇ ਦਾਂਗੇ। ਬਟ ਇੱਥੇ ਸਵਾਲ ਇਹ ਹੈ ਕਿ ਕਦੋਂ ਮਿਲੂਗਾ ਸੋਲੂਸ਼ਨ। ਬਿਲਕੁਲ 7 ਮਹੀਨੇ ਦੇ ਕਰੀਬ ਜਿਹੜਾ ਹੋ ਗਿਆ ਸਾਥੀਆਂ ਨੂੰ, ਜਿੱਦਾਂ ਮਹਿਲਾ ਅਧਿਆਪਕ ਸਾਥੀ ਬੈਠੇ, ਇਹਨਾਂ ਨੂੰ ਰਾਤ ਨੂੰ ਘਰ ਤੋਂ ਬਾਹਰ ਆਉਣਾ, ਤੁਸੀਂ ਆਪਾਂ ਸੋਚ ਸਕਦੇ ਹਾਂ ਗਰਮੀ ਤੋਂ ਠੰਡ ਦਾ ਮੌਸਮ ਆ ਗਿਆ। ਬਿਲਕੁਲ। ਹੁਣ ਤੁਸੀਂ ਇਸ ਤੋਂ ਪਹਿਲਾਂ ਆਪਣੇ ਜੋ ਪੱਕਾ ਮੋਰਚਾ ਅਸੀਂ ਲਾ ਰੱਖਿਆ ਉਹਦਾ ਤੁਸੀਂ ਹਾਲ ਦੇਖ ਕੇ ਆਏ ਹੋ ਕਿ 2-3 ਦਿਨ ਤੋਂ ਜਿਹੜੀ ਬਾਰਿਸ਼ ਹੋ ਰਹੀ ਆ ਉਹਦੇ ਨਾਲ ਇੱਥੇ ਸਰਵਾਈਵ ਕਰਨਾ ਕਿੰਨਾ ਔਖਾ ਹੋ ਗਿਆ। ਕੋਈ ਸ਼ੱਕ ਨਹੀਂ। ਤਾਂ ਸਰਕਾਰ ਤਾਂ ਇਹੀ ਕਹਿ ਰਹੀ ਹੈ ਕਿ ਅਸੀਂ ਤੁਹਾਡਾ ਸੋਚ ਰਹੇ ਹਾਂ, ਅਸੀਂ ਕਰ ਦਾਂਗੇ, ਪਰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਹੁਣ ਉਹਨਾਂ ਲਾਰਿਆਂ ਨੂੰ ਪਿੱਛੇ ਕਰਕੇ ਸਾਡੇ ਫਿਊਚਰ ਦੇ ਵੱਲ ਧਿਆਨ ਦੇ ਕੇ ਸਾਨੂੰ ਪੁਖਤਾ ਜਿਹੜਾ ਸਾਡਾ ਹੱਲ ਦਿੱਤਾ ਜਾਵੇ, ਤਾਂ ਕਿ ਅਸੀਂ ਪੂਰੇ ਪੋਟੈਂਸ਼ੀਅਲ ਦੇ ਨਾਲ ਜਿਹੜਾ ਉਹ ਜਿਹੜੇ ਸਾਥੀ ਜਿਹੜੇ ਮਤਲਬ ਕਿ ਵਿਦਿਆਰਥੀ ਸਾਡੇ ਤੇ ਭਰੋਸਾ ਕਰ ਰਹੇ ਨੇ ਕਿ ਸਾਡੇ ਟੀਚਰ ਆ ਜਿਹੜੇ ਸਾਨੂੰ ਪੜ੍ਹਾ ਕੇ ਸਾਨੂੰ ਕਮਾਉਣ ਦੇ ਲਾਇਕ ਬਣਾਉਣਗੇ, ਅਸੀਂ ਉਹਨਾਂ ਨੂੰ ਆਪਦਾ 100% ਦੇ ਸਕੀਏ। ਪਰ ਸਪੈਸੀਫਿਕ ਸਵਾਲ, ਆਖਰੀ ਮੀਟਿੰਗ ਕਿਹਦੇ ਨਾਲ ਹੋਈ ਹੈ ਤੇ ਐਗਜ਼ੈਕਟਲੀ ਕੀ ਜਵਾਬ ਮਿਲਿਆ? ਆਖਰੀ ਮੀਟਿੰਗ ਸਾਡੀ ਪ੍ਰਿੰਸੀਪਲ ਸੈਕਟਰੀ ਦੇ ਨਾਲ ਹੋਈ ਸੀ, ਬਟ ਉਹ ਪੈਨਲ ਮੀਟਿੰਗ ਸੀ। ਉਹਦੇ ਵਿੱਚ ਮੈਨੂੰ ਲੱਗਦਾ ਵਿੱਤ ਵਿਭਾਗ ਤੋਂ ਵੀ ਤੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਵੀ ਮੈਨੂੰ ਕਲੀਅਰ ਨਹੀਂ ਹੈਗਾ ਸੈਕਟਰੀ ਸਾਹਿਬ ਜਾਂ ਮਤਲਬ ਕਿ ਪੈਨਲ ਮੀਟਿੰਗ ਸੀਗੀ, ਤਾਂ ਉਹਨਾਂ ਨੇ ਬਸ ਇਹੀ ਸਾਨੂੰ ਪਿਛਲੀ ਮੀਟਿੰਗ ਦੇ ਵਿੱਚ ਦਿੱਤਾ ਹੈਗਾ। ਕਦੋਂ ਦੀ ਗੱਲ? 10 ਦਿਨ ਹੋ ਗਏ। 10 ਦਿਨ ਹੋ ਗਏ ਤੇ ਬਸ ਇਹੀ ਦਿੱਤਾ ਕਿ ਹਾਂਜੀ ਅਸੀਂ ਤੁਹਾਡੇ ਤੇ ਵਿਚਾਰ ਕਰ ਰਹੇ ਹਾਂ, ਤੁਹਾਨੂੰ ਬਹੁਤ ਜਲਦੀ ਜਿਹੜਾ ਅਸੀਂ ਉਹ ਹੱਲ ਦੇ ਦਾਂਗੇ। ਉਸ ਤੋਂ ਬਾਅਦ ਅਸੀਂ ਇੱਥੇ ਮਤਲਬ ਕਿ ਗੁਪਤ ਐਕਸ਼ਨ ਵੀ ਕੀਤਾ ਇੱਕ ਸਾਡੇ ਅਧਿਆਪਕ ਸਾਥੀਆਂ ਨੇ ਗਲ ਦੇ ਵਿੱਚ ਟਾਇਰ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਦੇ ਸਬੰਧ ਦੇ ਵਿੱਚ ਉਹਦਾ ਸਾਨੂੰ ਸਿੱਟਾ ਇਹ ਦਿੱਤਾ ਸਰਕਾਰ ਨੇ ਕਿ ਸਾਨੂੰ ਮੀਟਿੰਗ ਦੇਤੀ। ਅੱਛਾ। ਤੇ ਬਟ ਉਹ ਮੀਟਿੰਗ ਸਾਡੀ ਮਤਲਬ ਕਿ ਕਰਵਾਈ ਨਹੀਂ ਗਈ। ਜਦੋਂ ਸਾਡੇ ਮਤਲਬ ਕਿ ਸੂਬਾ ਪ੍ਰਧਾਨ ਸਾਹਿਬ ਉੱਥੇ ਪਹੁੰਚਦੇ ਆ ਨੁਮਾਇੰਦਿਆਂ ਦੇ ਨਾਲ, ਤਾਂ ਉੱਥੇ ਕਹਿ ਦਿੱਤਾ ਜਾਂਦਾ ਕਿ ਪ੍ਰਿੰਸੀਪਲ ਸੈਕਟਰੀ ਸਾਹਿਬ ਬਿਜ਼ੀ ਨੇ, ਅਜੇ ਉਹ ਮੀਟਿੰਗ ਨਹੀਂ ਕਰ ਸਕਦੇ। ਤੇ ਇੱਥੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜੇ ਆਪਾਂ ਪੰਜਾਬ ਦੇ ਵਿੱਚ ਜੰਮੇ ਪਲੇ ਆ, ਆਪਾਂ ਵੋਟਾਂ ਪਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਰਹੇ ਆ, ਤਾਂ ਅਸੀਂ ਕਿਹਦੀ ਸਰਕਾਰ ਦੇ ਨਾਲ ਮੀਟਿੰਗਾਂ ਕਰੀਏ, ਕਿਹਦੇ ਤੋਂ ਆਪਦੀ ਜੌਬ ਸਿਕਿਉਰਿਟੀ ਮੰਗੀਏ? ਜੇ ਇਹਨਾਂ ਕੋਲੇ ਸਾਡੇ ਲਈ ਸਮਾਂ ਨਹੀਂ ਹੈਗਾ ਤਾਂ ਫਿਰ ਸਰਕਾਰ ਕਿੱਦਾਂ ਚੱਲੂਗੀ? ਸਾਰਾ ਸਿਸਟਮ ਆ ਜਿਹੜਾ ਉਹ ਕਿੱਦਾਂ ਕੰਟਰੋਲ ਦੇ ਵਿੱਚ ਆਊਗਾ? ਲਾਰੇ ਤੇ ਲਾਰਾ, ਹਰ ਵਾਰ ਮੀਟਿੰਗਾਂ ਅਸੀਂ 20 ਤੋਂ 25 ਮੀਟਿੰਗਸ ਆ ਜਿਹੜੀਆਂ ਉਹ ਕਰ ਚੁੱਕੇ ਆ, ਪਰ ਸਾਨੂੰ ਹਰ ਮੀਟਿੰਗ ਦੇ ਵਿੱਚ ਲਾਰਾ। ਤੇ ਅਸੀਂ ਸਰਕਾਰ ਤੋਂ ਇਹੀ ਉਮੀਦ ਰੱਖਦੇ ਆ ਕਿ ਜਲਦੀ ਤੋਂ ਜਲਦੀ ਪੁਖਤਾ ਹੱਲ ਆ ਜਿਹੜਾ ਉਹ ਸਾਨੂੰ ਕਰਕੇ ਦਿੱਤਾ ਜਾਵੇ। ਅਸੀਂ ਬਾਰ-ਬਾਰ ਇਸ ਚੀਜ਼ ਤੇ ਸਰਕਾਰ ਦਾ ਧਿਆਨ ਦਿਵਾ ਰਹੇ ਆ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਵੋਕੇਸ਼ਨਲ ਸਟਰੀਮ ਦੀਆਂ 2000 ਦੇ ਕਰੀਬ ਆ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ, ਉਹਦੇ ਵਿੱਚ ਸਾਨੂੰ ਬਹੁਤ ਈਜ਼ੀਲੀ ਆ ਜਿਹੜਾ ਉਹ ਮਰਜ ਕੀਤਾ ਜਾ ਸਕਦਾ ਜੀ। ਸੋ 6-7 ਮਹੀਨੇ ਤੁਸੀਂ ਦੱਸ ਰਹੇ ਹੋ ਕਿ ਵਿਚਾਰ ਹੀ ਹਸਤਾ ਕੀਤਾ ਜਾ ਵਿਚਾਰ ਹੀ ਹੋ ਰਿਹਾ, ਉਸ ਤੋਂ ਅੱਗੇ ਵੱਧ ਨਹੀਂ ਪਾ ਰਹੇ। ਪਰ ਫਿਰ ਮੈਡਮ ਆਪਣੇ ਕੋਲ ਫਿਰ ਅੱਗੇ ਕੀ ਆਪਸ਼ਨਸ ਨੇ? ਧਰਨਾ ਲਾਇਆ ਹੋਇਆ ਹੈ, ਅਸੀਂ ਮੀਟਿੰਗਸ ਕਰ ਰਹੇ ਹਾਂ, ਕੀ ਆਪਸ਼ਨਸ ਹੈ ਆਪਣੇ ਕੋਲ? ਸਰ ਆਪਸ਼ਨ ਤੇ ਇਹੀ ਹੈ, ਮਤਲਬ ਸਰਕਾਰ ਆਸ ਰਹੀ ਆ ਹੁਣ ਵੀ ਕੀ ਕਰਦੇ ਆ। ਚੰਨੀ ਪਹਿਲਾਂ ਨਵਾਂ ਚਿਹਰਾ ਹੀ, ਪੁਰਾਣਾ ਚਿਹਰਾ ਹੀ ਆਪਣਾ ਕੈਪਟਨ ਸਾਹਿਬ, ਉਹਨਾਂ ਦੇ ਦਰ ਤੇ ਬੈਠੇ ਰਹੇ ਵੀ ਉਹ ਸਾਡਾ ਕੋਈ ਹੱਲ ਕਰ ਦੇਣਗੇ। ਹੁਣ ਨਵਾਂ ਚਿਹਰਾ ਚੰਨੀ ਸਾਹਿਬ ਆਏ ਆ, ਉਹਨਾਂ ਦੇ ਵੀ ਮਤਲਬ ਐਲਾਨ ਕਰੀ ਜਾ ਰਹੇ ਆ 36000 ਮੁਲਾਜ਼ਮ ਪੱਕਾ ਕਰਤਾ। ਅਸੀਂ ਵੀ ਇਸੇ ਆਸਤੇ ਸ਼ਾਇਦ 36000 ਦੇ ਵਿੱਚ ਸਾਡਾ ਵੀ ਕਿਤੇ ਨਾ ਹੋਊਗਾ, ਪਰ ਹੁਣ ਇਹ ਤੇ ਸਰਕਾਰ ਨੂੰ ਪਤਾ ਵਾ ਕਿੱਦਣ ਐਲਾਨ ਕਰਦੇ ਆ ਵੀ ਉਹ 36000 ਦੇ ਵਿੱਚ ਕਿਹੜੇ ਦੀ ਝੋਲੀ ਫਲ ਪਾਇਆ ਵਾ। ਇਹ ਤੇ ਸਰਕਾਰ ਤੇ ਹੀ ਹੈ ਹੁਣ। ਸਹੀ ਗੱਲ ਹੈ। ਅਸੀਂ ਆਲਮੋਸਟ ਹਰ ਐਪੀਸੋਡ 'ਚ ਗੱਲ ਕਰਦੇ ਹਾਂ ਕਿ ਇਹ 36000 ਮੁਲਾਜ਼ਮ ਹੈ ਕੌਣ? ਜਿੰਨੇ ਵੀ ਮੁਲਾਜ਼ਮ ਧਰਨਿਆਂ ਤੇ ਬੈਠੇ ਉਹ ਬਾਰ-ਬਾਰ ਇਹੀ ਪੁੱਛ ਰਹੇ ਨੇ
ਸੋ ਆਪਾਂ ਨੂੰ ਲੱਗਦਾ ਇੰਨੇ ਮੁਲਾਜ਼ਮ ਪੁੱਛ ਲੈਣੇ, ਉਹਨਾਂ ਚੋਂ ਜੇ ਕੋਈ ਵੀ ਵਿੱਚ ਨਹੀਂ ਆ ਰਿਹਾ 36000 ਤੇ ਤਾਂ ਰੱਬ ਹੀ ਜਾਣਦਾ ਕਿ 36000 ਕੌਣ ਨੇ। ਜਿਹੜੀ ਲਿਸਟ ਕਦੀ ਕਿਹਾ ਜਾਂਦਾ ਗਵਰਨਰ ਨਹੀਂ ਸਾਈਨ ਕਰ ਰਹੇ, ਗਵਰਨਰ ਸਾਹਿਬ ਕਹਿੰਦੇ ਮੈਨੂੰ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ। ਸੋ ਇਹ ਘੁੰਮਣ ਘੇਰੀ 'ਚ ਫਸੇ ਹੋਏ ਨੇ, ਪੋਲੀਟੀਕਲ ਘੁੰਮਣ ਘੇਰੀ 'ਚ। ਲੇਕਿਨ ਮੁਲਾਜ਼ਮ ਜਿਹੜੇ ਇੰਨੀ ਠੰਡ 'ਚ ਮੀਂਹ ਪੈਂਦੇ 'ਚ ਧਰਨਿਆਂ ਤੇ ਬੈਠੇ ਨੇ, ਟੈਂਟਾਂ 'ਚ ਬੈਠੇ ਨੇ। ਮੈਂ ਜਿਵੇਂ ਆ ਦੱਸ ਰਹੇ ਸੀ, ਮੈਂ ਆਪ ਦੇਖ ਕੇ ਆਇਆ ਕਿ ਭਿੱਜ ਗਏ ਨੇ, ਕੱਲ ਟੈਂਟ ਤਬਾਹ ਹੋ ਗਏ ਨੇ, ਉਹ ਅੱਜ ਦੁਬਾਰਾ ਰੀਬਿਲਡ ਕਰ ਰਹੇ ਨੇ, ਅੱਜ ਦੀ ਰਾਤ ਫੇਰ ਪੈਣੀ ਹੈ, ਫੇਰ ਮੀਂਹ ਆ ਸਕਦਾ। ਸੋ ਬਹੁਤ ਔਖੀਆਂ ਗੱਲਾਂ ਨੇ। ਸੋ ਇਹ ਸਿਰਫ ਅੰਕੜੇ ਜਾਂ ਕੋਈ ਧਰਨੇ ਤੇ ਬੈਠਣ ਵਾਲੀ ਗੱਲ ਨਹੀਂ ਹੈ, ਇਹ ਇਨਸਾਨੀਅਤ ਦੇ ਵਜੋਂ ਵੀ ਸਾਨੂੰ ਸੋਚਣ ਦੀ ਲੋੜ ਹੈ, ਪੋਲੀਟੀਸ਼ੀਅਨਸ ਨੂੰ ਖਾਸ ਕਰਕੇ, ਕਿ ਅਸੀਂ ਕੀ ਕਰ ਰਹੇ ਹਾਂ। ਪਰ ਗਗਨਦੀਪ ਜੀ, ਚੋਣ ਜਾਬਤਾ ਕਦੀ ਵੀ ਲੱਗ ਸਕਦਾ। ਸੋ ਤੁਹਾਡੇ ਕੋਲ ਸਮਾਂ ਵੀ ਘੱਟ ਹੈ, ਫਿਰ ਤਾਂ ਜਮਾਂ ਹੀ ਆਪਸ਼ਨਸ ਮੁੱਕ ਜਾਣਗੀਆਂ। ਦੇਖੋ ਹੁਣ ਜਿੱਦਾਂ ਸਰਕਾਰ ਦਾ ਰਵੱਈਆ ਹੈਗਾ, ਇਹ ਤਾਂ ਇਹ ਨਹੀਂ ਪਤਾ ਵੀ ਕੱਲ ਦਾ ਦਿਨ ਕਾਂਗਰਸ ਦਾ ਹੋਣਾ ਵੀ ਹੈ ਜਾਂ ਨਹੀਂ ਹੋਣਾ, ਕਿਉਂਕਿ ਜਿੱਦਾਂ ਦੇ ਹਾਲਾਤ ਬਣ ਚੁੱਕੇ ਨੇ, ਕਦੇ ਵੀ ਜਿਹੜਾ ਆਪਣਾ ਚੋਣ ਜਾਬਤਾ ਉਹ ਲੱਗ ਸਕਦਾ ਹੈ। ਤਾਂ ਸਾਰੇ ਦੇ ਮਤਲਬ ਕਿ ਕਿਸੇ ਵੀ ਕਰਮਚਾਰੀ ਨੂੰ, ਆਪਾਂ 36000 ਕਰਮਚਾਰੀ ਦੀ ਗੱਲ ਕੀਤੀ ਆ, ਤਾਂ ਸਰਕਾਰ ਦੇ ਰਵੱਈਏ ਨੂੰ ਲੈ ਕੇ ਹਰ ਇੱਕ ਮੁਲਾਜ਼ਮ ਦੇ ਵਿੱਚ ਦਿਲ ਦੇ ਵਿੱਚ ਇੱਕ ਡਰ ਆ ਕਿ ਪਤਾ ਨਹੀਂ ਅਸੀਂ ਉਸ 36000 ਦੇ ਅੰਕੜਿਆਂ ਦੇ ਵਿੱਚ ਆ ਵੀ ਰਹੇ ਹਾਂ ਜਾਂ ਨਹੀਂ ਆ ਰਹੇ, ਕਿਉਂਕਿ ਕਿਸੇ ਵੀ ਡਿਪਾਰਟਮੈਂਟ ਦੇ ਕਿਸੇ ਵੀ EMPLOYE ਨੂੰ ਇਹ ਕਲੀਅਰ ਨਹੀਂ ਹੈਗਾ ਕਿ ਸਾਡਾ ਡਾਟਾ ਉਸ ਦੇ ਵਿੱਚ ਹੈਗਾ ਵੀ ਆ ਜਾਂ ਨਹੀਂ ਹੈਗਾ, ਤੇ ਨਾ ਹੀ ਸਰਕਾਰ ਇਹਨੂੰ ਕਲੀਅਰ ਕਰ ਰਹੀ ਆ। ਜਿੱਦਾਂ ਆਪਾਂ ਗੱਲ ਕਰੀਏ ਕਿ ਜੇ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਿਹੜੇ ਡਿਪਾਰਟਮੈਂਟ ਦੇ 36000 EMPLOYEES ਨੂੰ ਅਸੀਂ ਉਸ ਬਿੱਲ ਦੇ ਵਿੱਚ ਇਨਕਲੂਡ ਕਰ ਰਹੇ ਹਾਂ, ਜਾਂ ਅਸੀਂ ਉਹਨਾਂ ਨੂੰ ਪੱਕੇ ਕਰ ਸਕਦੇ ਵੀ ਹਾਂ ਜਾਂ ਨਹੀਂ ਕਰ ਸਕਦੇ, ਤਾਂ ਕਿੰਨਾ ਖਰਚਾ ਤੁਸੀਂ ਆਪਾਂ ਵੱਡੇ ਸ਼ਹਿਰਾਂ ਦੇ ਵਿੱਚੋਂ ਲੰਘਦੇ ਹੋਏ ਦੇਖਦੇ ਆ, ਤਾਂ ਸੱਜੇ ਵੀ ਤੇ ਖੱਬੇ ਵੀ ਜਿਹੜੇ ਉਹ ਬੋਰਡ ਆ, ਫਲੈਕਸ ਬੋਰਡ ਆ, ਵੱਡੇ ਵੱਡੇ ਲੱਗੇ ਹੋਏ ਆ ਕਿ ਅਸੀਂ 36000 ਜਿਹੜੇ EMPLOYEES ਆ ਉਹਨਾਂ ਨੂੰ ਪੱਕਾ ਕਰਤਾ, ਬਟ ਉਹ 36000 ਨੂੰ ਇਹ ਨਹੀਂ ਪਤਾ ਹੈਗਾ ਵੀ ਅਸੀਂ ਹੈਗੇ ਵੀ ਆ ਵਿੱਚ ਜਾਂ ਹੈ ਨਹੀਂ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਕਿਉਂਕਿ ਤੁਸੀਂ ਜ਼ਿਕਰ ਕੀਤਾ ਚਲੋ ਕਾਂਗਰਸ ਸਰਕਾਰ ਦਾ, ਤੁਸੀਂ ਤਾਂ ਅਕਾਲੀ ਸਰਕਾਰ ਵੇਲੇ ਭਰਤੀ ਹੋਏ ਸੀਗੇ, ਸੋ ਇਹ ਸਰਕਾਰਾਂ ਦਾ ਜਾਂ ਪਾਰਟੀਆਂ ਦਾ ਕੋਈ ਲੈਣਾ ਦੇਣਾ ਹੈ ਨਹੀਂ ਤੁਹਾਡੇ ਮੁੱਦੇ 'ਚ? ਨਹੀਂ, ਪਾਰਟੀਆਂ ਨਾਲ ਅਸੀਂ ਕੋਈ ਵੀ, ਮੈਂ ਇਸ ਚੀਜ਼ ਤੇ ਕਮੈਂਟਿੰਗ ਨਹੀਂ ਕਰਨਾ ਚਾਹੂੰਗਾ। ਪਾਰਟੀਆਂ ਦਾ ਮੁੱਦਾ ਅਲੱਗ ਹੈ ਕਿ ਆਪਾਂ ਤਾਂ ਉਹਨਾਂ ਨੂੰ ਸਿਰਫ ਇੱਕ ਮੌਕਾ ਦੇ ਸਕਦੇ ਹਾਂ ਕਿ ਤੁਸੀਂ ਇਹ ਸਟੇਟ ਨੂੰ ਕਿਵੇਂ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਹੋ। ਉਹ ਤਾਂ ਆਪਣਾ ਸਭ ਦਾ ਇੱਕ ਨਿੱਜੀ ਫੈਸਲਾ ਹੁੰਦਾ ਕਿ ਅਸੀਂ ਕਿਹਨੂੰ ਵੋਟ ਦੇਣਾ ਹੈਗਾ ਜਾਂ ਕਿਹਨੂੰ ਵੋਟ ਨਹੀਂ ਦੇਣਾ ਹੈਗਾ। ਪਰ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਗੱਲ ਪੂਰੇ ਪੰਜਾਬ ਦੇ ਫਿਊਚਰ ਦੀ ਹੋ ਰਹੀ ਹੈ ਵੀ ਸਰਕਾਰਾਂ ਪੂਰੇ ਪੰਜਾਬ ਦੇ ਫਿਊਚਰ ਦੇ ਲਈ ਕੀ ਕਰ ਰਹੀਆਂ। ਜਿੱਦਾਂ ਆਪਾਂ ਦੇਖਦੇ ਪਏ ਸੀ ਕੱਲ ਦੀ ਕੈਬਨਿਟ ਦੇ ਬਾਅਦ ਜਿਹੜੇ ਐਲਾਨ ਹੋਇਆ ਕਿ ਆਇਲਸ ਕੋਰਸਿਸ ਆ ਜਿਹੜੇ ਉਹਨਾਂ ਦੇ ਲਈ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਵਿਦਿਆਰਥੀਆਂ ਦਾ ਹੱਥ ਫੜੂਗੀ। ਤਾਂ ਮੈਂ ਇਹ ਚੀਜ਼ ਕਲੀਅਰ ਕਰ ਦੇਣਾ ਚਾਹਣਾ, ਮੈਂ ਤੁਹਾਡੇ ਤੋਂ ਵੀ ਇਹ ਗੱਲ ਪੁੱਛਣਾ ਚਾਹਣਾ ਕਿ ਜੇ ਆਪਾਂ ਦੇਖੀਏ ਜਦੋਂ ਦੀ ਆਪਾਂ ਮਤਲਬ ਕਿ ਆਪਾਂ ਨੂੰ ਪਤਾ ਲੱਗਿਆ ਹੈਗਾ ਕਿ ਅਸੀਂ ਫਿਊਚਰ ਦੇ ਵਿੱਚ ਕੀ ਕਰਨਾ ਜਾਂ ਸਰਕਾਰਾਂ ਤੋਂ ਅਸੀਂ ਆਪਦੇ ਹੱਕ ਕਿਵੇਂ ਲੈ ਸਕਦੇ ਹਾਂ, ਤਾਂ ਉਹਦੇ ਵਿੱਚ ਸਭ ਤੋਂ ਆਖਰਲਾ ਰਾਹ ਇਹੀ ਬਚਦਾ ਕਿ ਜੇ ਇੱਥੇ ਤੁਹਾਨੂੰ ਕੋਈ ਜੌਬ ਨਹੀਂ ਮਿਲ ਰਹੀ ਤਾਂ ਲਾਸਟ ਦੇ ਵਿੱਚ ਤੁਸੀਂ ਆਈਲੈਟਸ ਕਰੋ ਤੇ ਬਾਹਰ ਜਾਓ। ਜੀ ਮੈਂ ਇਹੀ ਕਹਿ ਰਿਹਾ ਵੀ ਪੰਜਾਬ ਸਰਕਾਰ ਨੂੰ ਮੇਰੀ ਇਹ ਮਤਲਬ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਦਾਂ ਦੇ ਰੁਜ਼ਗਾਰ ਇੱਥੇ ਪੈਦਾ ਕਰੋ ਕਿ ਆਪਣੇ ਦੇਸ਼ ਦੀ ਜਿਹੜੀ ਕਰੀਮ ਆ ਉਹਨਾਂ ਨੂੰ ਬਾਹਰ ਜਾ ਕੇ ਨਾ ਕੰਮ ਕਰਨਾ ਪਵੇ, ਉਹ ਇੱਥੇ ਰਹਿ ਕੇ ਇੰਨੇ ਵਧੀਆ ਇਨੋਵੇਟਿਵ ਆਈਡੀਆਜ਼ ਆਪਾਂ ਨੂੰ ਦੇਣ ਕਿ ਆਪਾਂ ਪੰਜਾਬ ਨੂੰ ਆ ਜਿਹੜਾ ਫਿਰ ਤੋਂ ਸੋਨੇ ਦੀ ਚਿੜੀ ਬਣਾ ਸਕੀ। ਤਾਂ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਪਿਛਲੇ ਜ਼ਮਾਨੇ ਦੀ, ਤੇ ਜਿਹੜਾ ਇੱਕ ਪੌਂਡ ਸੀਗਾ ਉਹਦੇ ਤੋਂ ਵੀ ਆਪਣਾ ਰੁਪਇਆ ਜਿਹੜਾ ਮੁਦਰਾ ਜਿਹੜੀ ਉਹ ਇੱਕ ਵੱਧ ਵੈਲਿਊ ਰੱਖਦੀ ਸੀਗੀ। ਪਰ ਕਿੱਥੇ ਕਮੀਆਂ ਰਹੀਆਂ ਨੇ ਕਿ ਜਿਹੜਾ ਆਪਣਾ ਪੰਜਾਬ ਆ ਸੋਨੇ ਦੀ ਚਿੜੀ ਤੋਂ ਅੱਜ ਜੇ ਆਪਾਂ ਕਹਿ ਦਈਏ ਕਿ ਕਰਜ਼ੇ ਦੇ ਵਿੱਚ ਡੁੱਬ ਹੀ ਚੁੱਕਾ, ਤਾਂ ਬਿਆਨ ਵੀ ਆਪਣੇ ਖਜ਼ਾਨਾ ਮੰਤਰੀ ਜੀ ਦਾ ਇਹੀ ਆਉਂਦਾ ਹਰ ਵਾਰ ਕਿ ਖਜ਼ਾਨਾ ਖਾਲੀ ਹੈ ਨਾ। ਤਾਂ ਮਤਲਬ ਕਿ ਮੈਂ ਉਹੀ ਕਹਿ ਰਿਹਾ ਵੀ ਉਹ ਕਰੀਮ ਨੂੰ ਬਾਹਰ ਭੇਜਣ ਦੀ ਬਜਾਏ ਹੁਣ ਤੁਸੀਂ ਦੇਖੋ ਵੀ ਜੇ ਉਹ ਆਪਣੇ ਜਿਹੜੇ ਇੱਥੋਂ ਸਟੂਡੈਂਟਸ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਦਾ ਮਤਲਬ ਕਿ ਕਿੰਨਾ ਕੁ ਉਹ ਕਰ ਸਕਦੇ ਨੇ ਕਿ ਉੱਥੋਂ ਦੀ ਲੈਂਗੁਏਜ ਨੂੰ ਵੀ ਅਡਾਪਟ ਕਰਦੇ ਨੇ, ਉੱਥੋਂ ਦੇ ਕਲਚਰ ਨੂੰ ਅਡਾਪਟ ਕਰਨ ਤੋਂ ਬਾਅਦ ਵੀ ਉਹ ਆਪਦਾ 100% ਦੇ ਕੇ ਜਿਹੜਾ ਉਹ ਅੱਗੇ ਆਉਂਦੇ ਨੇ ਤੇ ਆਪਦੇ ਲੋਕਾਂ ਦੇ ਵਿੱਚ ਰਹਿ ਕੇ ਆਪਦੇ ਕਲਚਰ ਨੂੰ ਨਾਲ ਰੱਖ ਕੇ ਤਾਂ ਉਹ ਇਸ ਤੋਂ ਵੀ ਜ਼ਿਆਦਾ ਬੈਟਰ ਆ ਜਿਹੜੇ ਰਿਜ਼ਲਟਸ ਦੇ ਸਕਦੇ ਆ। ਜਿੱਦਾਂ ਹੁਣ EMPLOYEES ਜਿੱਦਾਂ ਅਸੀਂ ਆਪਦੀ ਗੱਲ ਕਰੀਏ ਤਾਂ ਹੁਣ ਅਸੀਂ ਯੂਥ ਨੂੰ ਆ ਜਿਹੜਾ ਉਹ ਪ੍ਰਪੇਅਰ ਕਰ ਰਹੇ ਹਾਂ ਕਿ ਤੁਸੀਂ ਇੱਥੇ ਰਹਿ ਕੇ ਕਿਵੇਂ ਪੈਸਾ ਕਮਾ ਸਕਦੇ ਹੋ, ਆਪਦੇ ਘਰਦਿਆਂ ਨੂੰ ਕਿੱਦਾਂ ਸੌਖਾ ਕਰ ਸਕਦੇ ਹੋ। ਪਰ ਉਹਨਾਂ ਨੂੰ ਬਣਾਉਣ ਵਾਲੇ ਟੀਚਰਸ ਦਾ ਭਵਿੱਖ ਕੀ ਆ? ਸਿਰਫ 12-13 ਹਜ਼ਾਰ, ਸਿਰਫ ਕੰਪਨੀਆਂ ਦੇ ਲਾਰੇ, ਜਿਹੜਾ ਮਤਲਬ ਕਿ ਲੇਡੀਜ਼ ਨੇ ਉਹਨਾਂ ਨੂੰ ਮੈਡੀਕਲ ਛੁੱਟੀ ਨਹੀਂ ਮੁਹੱਈਆ ਕਰਵਾਈ ਜਾਂਦੀਗੀ, ਉਹਨਾਂ ਨੂੰ ਜਨੇਪਾ ਛੁੱਟੀ ਨਹੀਂ ਦਿੱਤੀ ਜਾਂਦੀ। ਕੀ ਜੇ ਸਾਨੂੰ ਆਊਟਸੋਰਸਿੰਗ ਰੱਖਿਆ ਕੀ ਅਸੀਂ ਬਿਮਾਰ ਨਹੀਂ ਹੋ ਸਕਦੇ? ਬਿਲਕੁਲ। ਤਾਂ ਮਤਲਬ ਕਿ ਇੱਕ ਜੋ ਸ੍ਰਿਸ਼ਟੀ, ਕੁਦਰਤ ਦੀ ਸ੍ਰਿਸ਼ਟੀ ਦੇ ਉੱਪਰ ਵੀ ਕੁਐਸਚਨ ਮਾਰਕ ਕੰਪਨੀਆਂ ਲਾ ਦਿੰਦੀਆਂ ਕਿ ਜਿਹੜੇ ਆਊਟਸੋਰਸਿੰਗ EMPLOYE ਆ ਉਹਦੇ ਜੋ ਲੇਡੀਜ਼ ਉਹਦੇ ਵਿੱਚ ਨੇ ਕੀ ਉਹਨਾਂ ਨੂੰ ਜਨੇਪਾ ਛੁੱਟੀ ਲੈਣ ਦੀ ਲੋੜ ਨਹੀਂ ਪੈਂਦੀਗੀ? ਤਾਂ ਫਿਰ ਉਹਦਾ ਜਵਾਬ ਕੌਣ ਦੇਊਗਾ? ਤਾਂ ਅਸੀਂ ਇਸੇ ਲਈ ਕਹਿ ਰਹੇ ਹਾਂ ਕਿ ਸਾਨੂੰ ਆ ਜਿਹੜਾ ਬਾਰ-ਬਾਰ ਅਸੀਂ ਸਰਕਾਰ ਤੋਂ ਇਹੀ ਗੁਜ਼ਾਰਿਸ਼ ਕਰ ਰਹੇ ਹਾਂ ਕਿ ਸਾਨੂੰ ਵੇਕੈਂਟ ਪਈਆਂ 2000 ਪੋਸਟਾਂ ਦੇ ਵਿੱਚ ਮਰਜ ਕੀਤਾ ਜਾਵੇ ਤਾਂ ਜੋ ਸਾਡੇ ਸਾਰੇ ਮੁੱਦੇ ਆ ਉਹ ਜਿਹੜੇ ਉਹ ਸੋਲਵ ਹੋ ਜਾਣ। ਅਸੀਂ ਆਪਦੀ ਜ਼ਿੰਦਗੀ ਦੇ 7 ਸਾਲ ਆ ਜਿਹੜੇ ਆਲਰੇਡੀ ਦੇ ਚੁੱਕੇ ਹਾਂ,
ਹੁਣ ਹੋਰ ਇੰਤਜ਼ਾਰ ਕਰਨਾ ਸਾਡੇ ਲਈ ਵੀ ਬਹੁਤ ਮੁਸ਼ਕਿਲ ਹੋ ਚੁੱਕਿਆ। ਤੁਹਾਡੀ ਗੱਲਾਂ ਚੋਂ ਲੇਕਿਨ ਇੱਕ ਬੜੀ ਵਧੀਆ ਗੱਲ ਇੱਕ ਨਿਕਲੀ, ਜਿਹੜੀ ਦੋ ਗੱਲਾਂਪਨ ਹੈ ਕਿ ਵੈਸੇ ਖਜ਼ਾਨਾ ਖਾਲੀ ਹੈ ਪਰ 36000 ਵਾਲੇ ਬੋਰਡ ਜਿਹੜੇ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ ਉਹ ਲਾਉਣ ਲਈ ਜਾਂ ਆਇਲਸ ਦੀ ਫ੍ਰੀ ਪੜ੍ਹਾਈ ਦੇਣ ਲਈ ਜਿਹੜਾ ਪੈਸਾ ਲੱਗਣਾ ਹੈ, ਜੇ ਉਹਦੀ ਜਗ੍ਹਾ ਤੁਸੀਂ ਇਹੋ ਜਿਹੇ ਮੁੱਦੇ ਹੱਲ ਕਰ ਦੋ ਤਾਂ ਸ਼ਾਇਦ ਉਹੋ ਜਿਹੇ ਮੁੱਦੇ ਤੁਹਾਨੂੰ ਅਨਾਉਂਸਮੈਂਟ ਹੀ ਨਾ ਕਰਨੀ ਪਵੇ। ਬਿਲਕੁਲ ਜੀ ਬਿਲਕੁਲ। ਮੈਂ ਜਿੱਦਾਂ ਜੇ ਆਪਣਾ ਕੰਮ ਆਪਾਂ ਕਰਾਂਗੇ ਨਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਜੀ ਆਪਾਂ ਤੁਸੀਂ ਵੀ ਮਤਲਬ ਕਿ ਕਿਸੇ ਆਪਾਂ ਸਟਾਫ ਦੇ ਵਿੱਚ ਕੰਮ ਕਰ ਰਹੇ ਆ ਤਾਂ ਜਿਹੜਾ ਬੰਦਾ ਕੰਮ ਕਰ ਰਿਹਾ ਮੈਨੂੰ ਲੱਗਦਾ ਉਹਨੂੰ ਕਿਤੇ ਨਾ ਕਿਤੇ ਆਪਦੇ ਆਪ ਨੂੰ ਰਿਪਰੈਜ਼ੈਂਟ ਕਰਨ ਦੀ ਲੋੜ ਨਹੀਂ ਪੈਂਦੀ ਕਿ ਸਕੂਲ ਦੇ ਵਿੱਚ ਆਹ ਪਾਰਕ ਮੇਰੇ ਦੁਆਰਾ ਬਣਾਇਆ ਗਿਆ ਜਾਂ ਬੱਚੇ ਮੇਰੇ ਦੁਆਰਾ ਪੜ੍ਹਾਏ ਗਏ ਆ, ਤਾਂ ਉਹਨੂੰ ਜਿਹੜੇ ਆਪਣੇ ਨਾਲ ਦੇ ਟੀਚਰਸ ਆ ਜਾਂ ਜਿਹੜੇ ਬੱਚੇ ਆ ਉਹ ਆਪ ਮੁਹਾਰੇ ਕਹਿ ਦਿੰਦੇ ਆ ਕਿ ਅਸੀਂ ਇਹ ਟੀਚਰ ਤੋਂ ਪੜ੍ਹੇ ਹੋਏ ਆ ਜਾਂ ਇਹ ਜਿਹੜੀ ਸਕੂਲ ਦੇ ਵਿੱਚ ਚੰਗੀ ਚੀਜ਼ ਆ ਉਹ ਇਸ ਟੀਚਰ ਨੇ ਬਣਾਈ ਆ। ਤਾਂ ਇੱਥੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਪੰਜਾਬ ਸਰਕਾਰ ਆਪਣੇ ਇਹਨਾਂ ਮੁੱਦਿਆਂ ਤੇ ਧਿਆਨ ਦੇਵੇ, ਬਾਹਰ ਜਾਣ ਦੀ ਬਜਾਏ ਆਪਦਾ ਕਿੱਦਾਂ ਆਪਾਂ ਇੱਥੇ ਯੂਥ ਨੂੰ ਜਿਹੜਾ ਉਹ ਨੌਕਰੀਆਂ ਪ੍ਰੋਵਾਈਡ ਕਰਵਾ ਸਕਦੇ ਆ, ਤਾਂ ਮੇਰੇ ਅਕੋਰਡਿੰਗ ਉਹਨਾਂ ਨੂੰ ਫਲੈਕਸ ਲਾਉਣ ਦੀ ਲੋੜ ਵੀ ਨਹੀਂ ਪੈਣੀ। ਲੋਕ ਆ ਜਿਹੜੇ ਆਪ ਮੁਹਾਰੇ ਕਹਿਣਗੇ ਕਿ ਮੁੱਖ ਮੰਤਰੀ ਸਾਹਿਬ ਆਏ ਸੀ, ਉਹਨਾਂ ਨੇ ਆਹ ਮਸਲੇ ਹੱਲ ਕੀਤੇ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਆ ਉਹ ਫਿਰ ਤੋਂ ਤਰੱਕੀ ਦੀਆਂ ਰਾਹਾਂ ਤੇ ਆ ਗਿਆ। ਬਿਲਕੁਲ। ਮੈਡਮ 1 ਮਿੰਟ ਲਈ ਆਪਾਂ ਭੁੱਲ ਜੀ ਆਪਣਾ ਧਰਨਾ ਚੱਲ ਰਿਹਾ, ਆਪਣੀਆਂ ਦਿੱਕਤਾਂ ਨੇ ਇਸ ਜੌਬ 'ਚ ਵੈਸੇ ਵੀ, ਜਿਵੇਂ ਇੱਕ ਮੈਂ ਐਗਜ਼ਾਮਪਲ ਦਿੱਤਾ ਵੀ ਕੰਪਨੀ ਦੀ ਸੁਣੀ ਹੈ ਕਿ ਪ੍ਰਿੰਸੀਪਲ ਦੀ, ਇਸ ਤਰ੍ਹਾਂ ਦੀ ਹੋਰ ਮੁਸ਼ਕਿਲਾਂ ਕੀ ਨੇ ਐਜ਼ ਅ ਵੋਕੇਸ਼ਨਲ ਟੀਚਰ ਪੰਜਾਬ ਸਕੂਲਾਂ 'ਚ? ਮਤਲਬ ਇਹੀ ਆ, ਹੁਣ ਗੱਲ ਅਸੀਂ ਸੈਲਰੀ ਦੀ ਕਰ ਲੈਨੇ ਸਰ। ਮੇਨ ਜਿਹੜੀ ਮੁਸ਼ਕਲ ਇੱਕ ਸੈਲਰੀ ਦੀ ਆ, ਛੁੱਟੀ ਦੀ ਆ। ਹੁਣ ਕਈ ਕੰਪਨੀਆਂ ਇਦਾਂ ਕਰਦੀਆਂ ਵਾ 1 ਤੋਂ 12 ਛੁੱਟੀਆਂ ਸਾਰੀਆਂ ਸਾਲ ਦੀਆਂ ਮਿਲਦੀਆਂ ਸਰ। ਵੇਖੋ 12 ਛੁੱਟੀਆਂ ਦੇ ਨਾਲ ਅਸੀਂ ਮਤਲਬ 12 ਮਹੀਨੇ ਨਹੀਂ ਕੱਢ ਸਕਦੇ। ਇੱਕ ਮਹੀਨੇ ਦੇ ਵਿੱਚ ਸਾਨੂੰ ਕੋਈ ਜ਼ਰੂਰੀ ਕੰਮ, ਕਈ ਜ਼ਰੂਰੀ ਕੰਮ ਪੈ ਸਕਦੇ ਆ। ਅਗਰ ਕਈ ਕੰਪਨੀਆਂ ਇਵੇਂ ਕਰਦੀਆਂ ਵਾ 1 ਤੋਂ ਵੱਧ ਛੁੱਟੀ ਲੈ ਲਈਏ, ਉਹਦੇ ਵਿੱਚ ਕੀ ਕਰਦੇ ਆ, ਇੱਕ ਤੇ ਸਾਡੀ ਛੁੱਟੀ ਕੱਟੀ ਗਈ, ਦੂਸਰੀ ਛੁੱਟੀ ਜਿਹੜੀ ਸਾਡੀ ਵਿਦਆਊਟ ਪੇ ਕਰ ਦਿੰਦੇ ਆ। 11 12 13000 ਰੁਪਇਆ ਸੈਲਰੀ ਲੈਂਦੇ, ਉਹਦੇ ਵਿੱਚੋਂ ਫਿਰ ਦੁਬਾਰਾ ਸਾਡੀ ਜਿਹੜੀ ਸੈਲਰੀ ਕੱਟੀ ਜਾਂਦੀ ਹੈ। ਜੀ ਬਿਲਕੁਲ। ਤੇ ਕਿਉਂਕਿ ਤੁਸੀਂ ਬਹੁਤ ਸਪੈਸੀਫਿਕ ਟ੍ਰੇਡਸ ਵਿੱਚ ਬੱਚਿਆਂ ਨੂੰ ਟ੍ਰੇਨ ਕਰਦੇ ਹੋ, ਇਨਫਰਾਸਟ੍ਰਕਚਰ ਆਪਣੇ ਸਕੂਲਾਂ 'ਚ ਕਿਵੇਂ ਦੇ ਨੇ ਉਹਨਾਂ ਚੀਜ਼ਾਂ ਲਈ? ਸਰ ਵੈਸੇ ਤੇ ਹੁਣ ਮਤਲਬ ਲੈਬਸ ਵਗੈਰਾ ਜਿਹੜਾ ਉਹਨਾਂ ਮੁਹੱਈਆ ਕਰਵਾਈਆਂ, ਪਹਿਲਾਂ 7 ਸਾਲ ਤੋਂ ਕੋਈ ਲੈਬ ਨਹੀਂ ਸੀ। ਇਸ ਵਾਰ ਜਿਹੜਾ ਮਤਲਬ ਉਹਨਾਂ ਨੇ ਗ੍ਰਾਂਟਸ ਦਿੱਤੀਆਂ ਵਾ ਤੇ ਮਤਲਬ ਇਹ ਪ੍ਰੋਪਰ, ਜੇ ਮੇਰੀ ਹੈਲਥ ਕੇਅਰ ਲੈਬ ਦੀ ਗੱਲ ਕਰੀਏ ਤੇ ਜਿਵੇਂ ਮਿੰਨੀ ਹਸਪੀਟਲ ਹੁੰਦਾ ਉਹਦੇ ਅਕੋਰਡਿੰਗਲੀ ਜਿਹੜਾ ਸਾਰਾ ਕੁਝ ਜਿਹੜਾ ਉਹਨਾਂ ਨੇ ਸਮਾਨ ਜਿਹੜਾ ਉਹ ਪ੍ਰੋਵਾਈਡ ਕਰਵਾਇਆ ਜੀ। ਤੇ ਤੁਹਾਡੇ ਕਈ ਟੀਚਰ ਸਾਥੀ ਜਿਵੇਂ ਬਾਰਡਰ ਦੇ ਸਕੂਲਾਂ ਤੇ ਵੀ ਹੋਣਗੇ, ਤੇ ਜਿਹੜੇ ਰੈਗੂਲਰ ਵਾਲੇ ਨੇ ਉਹਨਾਂ ਨੂੰ ਤਾਂ ਬਾਰਡਰ ਦਾ ਵੀ ਭੱਤਾ ਇੱਕ ਅਲੱਗ ਮਿਲਦਾ। ਬਿਲਕੁਲ ਬਿਲਕੁਲ। ਤੁਹਾਡੇ ਤੇ ਐਵੇਂ ਦਾ ਕੁਝ ਲਾਗੂ ਹੁੰਦਾ? ਨਹੀਂ, ਸਾਨੂੰ ਕਿਸੇ ਵੀ ਤਰ੍ਹਾਂ ਦਾ ਭੱਤਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ। ਸਾਨੂੰ ਇੱਕ ਫਿਕਸ ਪੇ ਆ ਜਿਹੜੀ ਦਿੱਤੀ ਜਾਂਦੀ ਹੈ, ਉਸ ਫਿਕਸ ਪੇ ਦੇ ਵਿੱਚੋਂ ਵੀ ਸਾਡੀਆਂ ਡਿਡਕਸ਼ਨਸ ਜਿੱਦਾਂ ਮੈਡਮ ਦੱਸ ਰਹੇ ਸੀਗੇ ਕਿ ਜੇ ਅਸੀਂ 1 ਤੋਂ ਵੱਧ ਛੁੱਟੀ 1 ਮਹੀਨੇ ਦੇ ਵਿੱਚ ਲੈ ਲਈ ਤਾਂ ਜਿੰਨਾ ਸਾਡਾ 1 ਦਿਨ ਦਾ ਬਣਦਾ ਹੈਗਾ ਉਹ ਵੀ ਜਿਹੜਾ ਡਿਡਕਟ ਕਰ ਲਿਆ ਜਾਂਦਾ ਸਾਡੀ ਪੇ ਦੇ ਵਿੱਚੋਂ। ਤੇ ਮੈਡਮ ਕਿਉਂਕਿ ਤੁਸੀਂ ਇੱਕ ਅਲੱਗ ਤਰੀਕੇ ਨਾਲ ਭਰਤੀ ਹੋਏ ਹੋ, ਸੋ ਸਕੂਲ 'ਚ ਵੀ ਕੁਝ ਮੁਸ਼ਕਿਲਾਂ ਆਉਂਦੀਆਂ ਨੇ ਬਾਕੀ ਸਟਾਫ ਵੱਲੋਂ? ਮਤਲਬ ਸਟਾਫ ਵੱਲੋਂ ਵੀ ਕਿਹਾ ਜਾਂਦਾ, ਪ੍ਰਿੰਸੀਪਲਸ ਵੱਲੋਂ ਵੀ ਕਿਹਾ ਜਾਂਦਾ ਤੁਸੀਂ ਤੇ ਪ੍ਰਾਈਵੇਟ ਜੇ ਕੰਪਨੀਆਂ ਵੱਲੋਂ, ਜਦੋਂ ਸਕੂਲ ਦਾ ਕੰਮ ਲੈਣਾ ਕੋਈ ਗਵਰਨਮੈਂਟ ਦਾ, ਉਦੋਂ ਕਹਿਣਾ ਵਾ ਵੀ ਤੁਸੀਂ ਕੰਮ ਕਰੋ। ਤੇ ਜਦੋਂ ਮਤਲਬ ਉਹਨਾਂ ਨੇ ਕੋਈ ਆਪਾਂ ਉਹਨਾਂ ਨੂੰ ਕੋਈ ਕੰਮ ਕਹਿੰਦੇ ਤੁਸੀਂ ਤੇ ਪ੍ਰਾਈਵੇਟ ਜੇ, ਤੁਸੀਂ ਤੇ ਕੰਪਨੀਆਂ ਵੱਲੋਂ ਰੱਖੇ ਹੋਏ ਜੇ। ਜੀ। ਸ਼ੋਸ਼ਣ ਦਾ ਸ਼ਿਕਾਰ ਸਾਨੂੰ ਹੋਣਾ ਪੈ ਰਿਹਾ। ਅਸੀਂ ਮਤਲਬ ਕਿ ਚਲੋ ਇਹ ਨਹੀਂ ਕਹਿੰਦੇ ਵੀ ਡਿਪਾਰਟਮੈਂਟ ਸਕੂਲਾਂ ਦੇ ਵਿੱਚ, ਬਟ ਕੰਪਨੀਆਂ ਸਾਡੇ ਨਾਲ ਸ਼ੁਰੂ ਤੋਂ ਜਿਹੜਾ ਉਹ ਸ਼ੋਸ਼ਣ ਕਰ ਰਹੀਆਂ ਹਨ। ਬਈ ਇੱਕ ਹਰ ਟਾਈਮ ਇੱਕ ਤਲਵਾਰ ਆ ਜਿਹੜੀ ਉਹ ਲਟਕ ਰਹੀ ਹੁੰਦੀ ਆ ਕਿ ਜੇ ਤੁਸੀਂ ਆਹ ਟਾਈਮ ਤੇ ਆਹ ਚੀਜ਼ ਤੁਹਾਡੀ ਨਹੀਂ ਹੋਈ ਤਾਂ ਅਸੀਂ ਤੁਹਾਨੂੰ ਟਰਮੀਨੇਟ ਕਰ ਸਕਦੇ ਹਾਂ ਕਿਸੇ ਵੀ ਟਾਈਮ। ਤਾਂ ਅਸੀਂ ਉਹੀ ਜੌਬ ਸਿਕਿਉਰਿਟੀ ਚਾਹੁੰਦੇ ਆ ਕਿ ਅਸੀਂ 7 ਸਾਲਾਂ ਤੋਂ ਕੰਮ ਕਰ ਰਹੇ ਹਾਂ, ਸਾਡੀ ਗਲਤੀ ਤਾਂ ਦੱਸ ਦਿਓ ਕੀ ਆ। ਜੇ ਅਸੀਂ ਆਪਾਂ ਪੇ ਦੀ ਗੱਲ ਕੀਤੀ ਹੈ 11-12 ਹਜ਼ਾਰ ਦੇ ਕਰੀਬ ਆ ਜਿਹੜੀ ਅਸੀਂ ਅਕਾਊਂਟ ਦੇ ਵਿੱਚ ਮਸਾਂ ਸਾਨੂੰ ਉਹ ਵੀ ਕਿਤੇ ਮਤਲਬ ਕਿ ਇਹ ਨਹੀਂ ਹੈਗਾ ਵੀ ਟਾਈਮ ਤੇ ਮਿਲ ਜੂਗੀ 1 ਤਰੀਕ ਨੂੰ ਆ ਜੂਗੀ, ਹੈ ਨਾ। ਤਾਂ ਜਿਹੜੇ ਕਈ ਕੰਪਨੀਆਂ ਦੇ ਵਿੱਚ ਜਿਹੜੀਆਂ ਟ੍ਰੇਡਸ ਹੈਗੀਆਂ ਜਿਹੜੀਆਂ ਪਹਿਲਾਂ ਤੋਂ ਚੱਲ ਰਹੀਆਂ, ਉਹਦੇ ਵਿੱਚੋਂ ਬੱਚੇ ਪੜ੍ਹ ਕੇ ਸਕਿੱਲ ਡਿਵੈਲਪਮੈਂਟ ਦੇ ਵਿੱਚ ਆ ਕੇ ਉਹ ਸਕਿੱਲ ਪ੍ਰਾਪਤ ਕਰਕੇ ਕਈ ਬੱਚੇ ਸਾਡੇ ਤੋਂ ਵੱਧ 18 ਤੋਂ 20 ਹਜ਼ਾਰ ਲੈ ਰਹੇ ਨੇ, ਪਰ ਉਹਨਾਂ ਦੇ ਟੀਚਰ ਜੋ ਉਹਨਾਂ ਦੇ ਗਾਈਡ ਅਧਿਆਪਕ ਆ ਉਹ ਹਜੇ ਵੀ ਉੱਥੇ ਦੇ ਉੱਥੇ ਖੜੇ ਨੇ। ਤਾਂ ਮਤਲਬ ਕਿ ਇਹ ਸਰਕਾਰ ਦੇ ਲਈ ਇੱਕ ਸੋਚਣ ਦਾ ਵਿਸ਼ਾ। ਮੈਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਇਹਦੇ ਤੇ ਦੁਬਾਰਾ ਕੋਈ ਰਿਸਰਚ ਕਰਨ ਦੀ ਲੋੜ ਹੈਗੀ ਹੈ। ਤਾਂ ਐਡਾ ਕੋਈ ਇਹ ਡੂੰਘਾ ਮਸਲਾ ਨਹੀਂ ਹੈਗਾ। ਸਾਡਾ ਕੰਮ ਕੀਤਾ ਕੰਮ ਵੀ ਉਹਨਾਂ ਦੇ ਸਾਹਮਣੇ ਹੀ ਆ, ਉਹ ਪਤਾ ਵੀ ਕਰ ਸਕਦੇ ਆ ਕਿ ਅਸੀਂ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹਾਂ, ਜਾਂ ਦੂਜੇ ਟੀਚਰਸ ਦੇ ਬਰਾਬਰ ਅਸੀਂ ਸਕੂਲਾਂ ਦੇ ਵਿੱਚ ਆਪਦੀ ਮਤਲਬ ਕਿ ਪੇ ਨੂੰ ਜਸਟੀਫਾਈ ਕਰ ਵੀ ਰਹੇ ਹਾਂ ਜਾਂ ਨਹੀਂ ਕਰ ਰਹੇ। ਤਾਂ ਮਤਲਬ ਕਿ ਇਹਦੇ ਵਿੱਚ ਤਾਂ ਕੋਈ ਊਣਤਾਈ ਵੀ ਨਹੀਂ ਹੈਗੀ। ਜੇ ਅਸੀਂ ਆਪਣੇ ਅਧਿਆਪਕ ਸਾਥੀਆਂ ਦੀ ਗੱਲ ਕਰੀਏ ਤਾਂ ਸਾਰੇ ਅਧਿਆਪਕ ਸਾਥੀ ਬੜੇ ਮਤਲਬ ਕਿ ਚਾਅ ਦੇ ਨਾਲ ਆਪਦੇ ਸਕੂਲਾਂ ਦੇ ਵਿੱਚ ਡਿਊਟੀ ਨਿਭਾ ਰਹੇ ਨੇ, ਕਿਉਂਕਿ ਇੱਕ ਫਕਰ ਮਹਿਸੂਸ ਹੁੰਦਾ ਟੀਚਰ ਹੋਣ ਦੇ ਨਾਂ ਤੇ ਕਿ ਮੇਰਾ ਪੜਾਇਆ ਹੋਇਆ ਬੱਚਾ ਅੱਜ ਇਹ ਜੌਬ ਤੇ ਲੱਗਾ ਹੋਇਆ ਹੈ। ਤਾਂ ਇੱਕ ਮਤਲਬ ਕਿ ਜੇ ਐਜ਼ ਅ ਹਿਊਮਨ ਬੀਇੰਗ ਗੱਲ ਕਰੀਏ ਤਾਂ ਇੱਕ ਪੋਜ਼ਿਟਿਵ ਵਾਈਬਸ ਆਉਂਦੀਆਂ ਕਿ ਮੇਰੇ ਕਰਕੇ ਕਿਸੇ ਦੀ ਮਤਲਬ ਕਿ ਜ਼ਿੰਦਗੀ ਹੈ ਜਿਹੜੀ ਉਹ ਸੁਧਰ ਰਹੀ ਆ। ਪਰ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਸਾਡੇ ਫਿਊਚਰ ਦੇ ਨਾਲ ਖਿਲਵਾੜ ਕਿਉਂ ਹੋ ਰਿਹਾ। ਪਰ ਤੁਹਾਡੇ ਹਿਸਾਬ ਨਾਲ ਕਾਰਨ ਕੀ ਹੈ? ਇੰਟੈਂਸ਼ਨ ਦੀ ਕਮੀ ਹੈ, ਕੁਝ ਹੋਰ ਕਮੀ ਹੈ, ਸਮਝ ਨਹੀਂ ਪਾ ਰਹੇ ਕੀ ਕਰੀਏ, ਜਾਂ ਤੁਹਾਡੇ ਸਾਹਮਣੇ ਇੰਟੈਂਸ਼ਨ ਹੀ ਨਹੀਂ ਹੈ ਵੀ ਅਸੀਂ ਮਦਦ ਕਰੀਏ ਇਹਨਾਂ ਦੀ?
ਸਰਕਾਰਾਂ ਦੀ ਜੇ ਇੰਟੈਂਸ਼ਨ ਦੀ ਗੱਲ ਕਰੀਏ, ਮੈਨੂੰ ਲੱਗਦਾ ਸਰਕਾਰਾਂ ਸਿੱਖਿਆ ਤੋਂ ਬਹੁਤ ਪਾਸੇ ਹੀ ਹੋ ਚੁੱਕੀਆਂ ਨੇ। ਕਿਉਂਕਿ ਜੇ ਪੜਾਂਗੇ ਲਿਖਾਂਗੇ ਅਵੇਅਰਨੈਸ ਆਊਗੀ ਤਾਂ ਆਪਾਂ ਵੀ ਸਰਕਾਰਾਂ ਨੂੰ ਸਵਾਲ ਜਵਾਬ ਕਰਾਂਗੇ, ਆਪਾਂ ਆਪਦੇ ਹੱਕਾਂ ਬਾਰੇ ਗੱਲ ਕਰਾਂਗੇ ਸਰਕਾਰਾਂ ਕੋਲੇ, ਹਨਾ। ਤਾਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਆ ਸਿੱਖਿਆ ਵੱਲ, ਨਾ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਆ ਤਾਂ ਅਸੀਂ ਤੁਹਾਡੇ ਲਈ ਮਤਲਬ ਕਿ ਲੋ ਇੰਟਰਸਟ ਤੇ ਲੋਨ ਆਫਰ ਕਰਾਂਗੇ ਜਾਂ ਤੁਹਾਨੂੰ ਫ੍ਰੀ ਆਫ ਕਾਸਟ ਆਈਲੈਟਸ ਕੋਰਸਿਸ ਆ ਜਿਹੜੇ ਉਹ ਅਵੇਲੇਬਲ ਕਰਵਾਵਾਂਗੇ। ਤਾਂ ਜੇ ਉਹੀ ਫ੍ਰੀ ਆਫ ਕਾਸਟ ਜਿਹੜੇ ਮਤਲਬ ਕਿ ਵੋਕੇਸ਼ਨਲ ਕੋਰਸਿਸ ਅਵੇਲੇਬਲ ਚਲੋ ਚੱਲ ਰਹੇ ਆ, ਤੇ ਜਿਹੜੇ ਉਹਨਾਂ ਨੂੰ ਪੜ੍ਹਾ ਰਹੇ ਆ ਅਧਿਆਪਕ, ਜੇ ਉਹਨਾਂ ਦੀ ਜੌਬ ਸਿਕਿਉਰਿਟੀ ਹੋ ਜੇ ਤੇ ਹੋਰ ਵੀ ਟੀਚਰ ਆ ਜਿਹੜੇ ਉਹ ਭਰਤੀ ਕੀਤੇ ਜਾਣ ਇਸ ਤਰ੍ਹਾਂ ਦੀ ਸਕੀਮ ਦੇ ਵਿੱਚ ਰੈਗੂਲਰ ਬੇਸਿਸ ਤੇ, ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਵਿਦਿਆਰਥੀ ਨੂੰ ਜਿਹੜਾ ਉਹ ਬਾਹਰ ਜਾਣ ਦੀ ਲੋੜ ਪਊ। ਕਿਉਂਕਿ ਬਹੁਤ ਮੌਕੇ ਨੇ ਆਪਣੇ ਪੰਜਾਬ ਦੇ ਵਿੱਚ, ਬਹੁਤ ਕੰਮ ਕਰਨ ਦੇ ਜ਼ਰੀਏ ਆਪਾਂ ਇੱਥੇ ਪੈਦਾ ਕਰ ਸਕਦੇ ਹੈਗੇ ਆ। ਤਾਂ ਵਧੀਆ ਆਪਣੇ ਕੋਲੇ ਲੈਂਡ ਹੈਗੀ ਆ, ਜੇ ਆਪਾਂ ਖੇਤੀਬਾੜੀ ਦੀ ਵੀ ਗੱਲ ਕਰੀਏ ਤਾਂ ਆਪਾਂ ਮਤਲਬ ਕਿ ਇੱਥੇ ਬਹੁਤ ਵਧੀਆ ਸਰਵਾਈਵ ਕਰ ਸਕਦੇ ਆ। ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ ਜੇ ਸਰਕਾਰਾਂ ਧਿਆਨ ਦੇਣ। ਬਿਲਕੁਲ ਮੈਡਮ, ਕੋਈ ਅਪੀਲ ਸਰਕਾਰ ਨੂੰ ਜਾਂਦੇ ਜਾਂਦੇ? ਸਰ ਵੇਖੋ, ਜਿਵੇਂ ਮਤਲਬ ਕਹਿੰਦੇ ਆ ਵੀ ਸਕਿੱਲ ਇੰਡੀਆ ਬਣਾਉਣਾ ਵਾ, ਤੇ ਜਿਹੜੇ ਸਕਿੱਲ ਐਜੂਕੇਸ਼ਨ ਪ੍ਰੋਵਾਈਡ ਕਰਨ ਵਾਲੇ ਉਹ ਸੜਕਾਂ ਤੇ 6-7 ਮਹੀਨੇ ਹੋ ਗਏ ਸੜਕਾਂ ਤੇ ਰੁਲਦੇ। ਮੇਰੀ ਸਰਕਾਰ ਨੂੰ ਇਹੋ ਗੁਜ਼ਾਰਿਸ਼ ਆ ਕਿ ਅਸੀਂ ਮਤਲਬ ਬਹੁਤਾ ਕੁਝ ਨਾ ਮੰਗਦੇ ਹੋਏ ਮਤਲਬ ਨਗੁਣੀਆਂ ਤਨਖਾਹਾਂ ਤੋਂ ਥੋੜਾ ਕੁਝ ਸਾਨੂੰ ਉੱਪਰ ਕਰਕੇ ਡਿਪਾਰਟਮੈਂਟ ਦੇ ਵਿੱਚ ਮਰਜ ਕੀਤਾ ਜਾਵੇ ਤੇ ਸਾਡਾ ਜਿਹੜਾ ਮਤਲਬ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਸਾਡੀ ਜੌਬ ਸਿਕਿਉਰਿਟੀ ਜਿਹੜੀ ਸਾਨੂੰ ਦਿੱਤੀ ਜਾਵੇ। ਜੀ ਗਗਨਦੀਪ ਜੀ, ਆਖਰੀ ਸਵਾਲ, ਬਾਕੀ ਸਟੇਟਾਂ ਵਿੱਚ ਕੀ ਹਾਲ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਸ ਦਾ? ਬਾਕੀ ਸਟੇਟਸ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਆਪਣੇ ਨਾਲ ਲੱਗਦੇ ਜੋ ਹਰਿਆਣਾ ਸੂਬਾ ਹੈ, ਉਹਨਾਂ ਨੂੰ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਜਿਹੜਾ ਉਹ ਸਰਕਾਰਾਂ ਨੇ ਇੱਕ ਬਹੁਤ ਵਧੀਆ ਤੋਹਫਾ ਦਿੱਤਾ ਹੈ ਕਿ ਜਿਹੜੀਆਂ ਕੰਪਨੀਆਂ ਨੇ, ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ, ਉਹ ਉਹਨਾਂ ਦੀ ਐਜੂਕੇਸ਼ਨ ਦੇ ਵਿੱਚੋਂ ਜਿਹੜੀਆਂ ਬਾਹਰ ਕਰ ਦਿੱਤੀਆਂ ਨੇ। ਉਹਨਾਂ ਦੀ ਇੱਕ ਬਹੁਤ ਵਧੀਆ ਪਾਲਿਸੀ ਹੈ ਜਿਹੜੀ ਉਹ ਹਰਿਆਣਾ ਸਰਕਾਰ ਨੇ ਬਣਾਈ ਹੈ ਕਿ ਉਹਨਾਂ ਨੂੰ ਇੱਕ ਸੁਸਾਇਟੀ ਦੇ ਅੰਡਰ ਆ ਜਿਹੜਾ ਉਹ ਲੈ ਕੇ ਆ ਰਹੇ ਆ, ਤੇ ਜਿਹੜੀ ਪੇ ਵੀ ਆ ਉਹਨਾਂ ਦੀ ਮੈਨੂੰ ਲੱਗਦਾ 30+ ਦੇ ਕਰੀਬ ਆ ਜਿਹੜੀ ਉਹਨਾਂ ਦੀ ਕੀਤੀ ਗਈ ਆ। ਫਿਰ ਉਹਨਾਂ ਦਾ ਜੋ ਸਾਲਾਨਾ ਮਤਲਬ ਕਿ ਇੰਕਰੀਮੈਂਟ ਆ ਜਿਹੜਾ ਉਹ ਵੀ ਉਹਨਾਂ ਨੂੰ ਦਿੱਤਾ ਗਿਆ, ਛੁੱਟੀਆਂ ਦਾ ਵੀ ਉਹਨਾਂ ਦੇ ਨਾਲ ਮਤਲਬ ਕਿ ਚਰਚਾ ਹੋਈ ਆ। ਤਾਂ ਮਤਲਬ ਕਿ ਦੂਜੀਆਂ ਸਟੇਟਸ ਦੇ ਵਿੱਚ ਜਿੱਦਾਂ ਮੇਰੇ ਅਕੋਰਡਿੰਗ ਮੈਂ ਜੇ ਨਹੀਂ ਭਟਕ ਰਿਹਾ ਤਾਂ ਗੋਆ ਸਟੇਟ ਦੇ ਵਿੱਚ ਮੈਨੂੰ ਲੱਗਦਾ ਜੋ ਵੋਕੇਸ਼ਨਲ ਅਧਿਆਪਕ ਨੇ ਉਹਨਾਂ ਨੂੰ ਪੱਕਾ ਕਰ ਚੁੱਕੀ ਹੈ ਸਰਕਾਰ, ਤੇ ਹਰਿਆਣੇ ਦੇ ਵਿੱਚ ਨਾਲ ਲਾਗੇ ਸੂਬੇ ਦੇ ਵਿੱਚ ਜੋ ਕਿ ਹੁਣੇ ਦੀ ਗੱਲ ਹੀ ਆ ਕਿ ਕੰਪਨੀਆਂ ਦਾ ਜਿਹੜੀਆਂ ਉਹ ਬਾਹਰ ਹੋ ਚੁੱਕੀਆਂ। ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ ਕਿ ਵੋਕੇਸ਼ਨਲ ਜਿਹੜੇ ਟੀਚਰਸ ਉਹਨਾਂ ਨੇ ਦਿੱਲੀ ਦੇ ਵਿੱਚ ਧਰਨਾ ਦਿੱਤਾ ਹੋਇਆ ਸੀ, ਆਪਣੇ PCC ਪ੍ਰਧਾਨ ਨਵਜੋਤ ਸਿੰਘ ਜੀ ਸਿੱਧੂ ਉੱਥੇ ਜਾ ਕੇ ਇਹ ਬਿਆਨਬਾਜ਼ੀ ਦੇ ਰਹੇ ਨੇ ਕਿ ਇੱਥੋਂ ਦੀ ਸਰਕਾਰ ਆ ਜਿਹੜੀ ਉਹ ਕੁਝ ਨਹੀਂ ਕਰ ਰਹੀ ਅਧਿਆਪਕਾਂ ਦੇ ਲਈ। ਪਰ ਮੁੱਦਾ ਤੁਸੀਂ ਇਹ ਦੇਖੋ ਵੀ ਜੋ ਅਧਿਆਪਕ ਉਹਨਾਂ ਦੇ ਸ਼ਹਿਰ ਦੇ ਵਿੱਚ ਪਟਿਆਲੇ ਦੇ ਵਿੱਚ ਅਸੀਂ ਤਕਰੀਬਨ 5.5-6 ਮਹੀਨੇ ਦੇ ਕਰੀਬ ਉੱਥੇ ਬੈਠ ਕੇ ਆਏ ਆ, ਉਹ 1-2 ਵਾਰੀ ਦੂਖ ਨਿਵਾਰਨ ਸਾਹਿਬ ਵੀ ਆਏ ਕਿ ਅਸੀਂ ਉਹਨਾਂ ਨੂੰ ਨਹੀਂ ਦਿਸੇ। ਉੱਥੇ ਉਹਨਾਂ ਨੇ ਬਿਆਨ ਇਹ ਦੇ ਕੇ ਆਏ ਆ ਕਿ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਜੋ ਸਾਡੇ ਪੰਜਾਬ ਦੇ ਵੋਕੇਸ਼ਨਲ ਟੀਚਰਸ ਨੇ ਉਹਨਾਂ ਲਈ ਬਹੁਤ ਵਧੀਆ ਪਾਲਿਸੀ ਲੈ ਕੇ ਆ ਰਹੇ ਆ। ਤਾਂ ਫਿਰ ਅਸੀਂ ਉਹਨਾਂ ਦੇ ਮਤਲਬ ਕਿ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਕਿ ਕਿਹੜੀ ਐਜੂਕੇਸ਼ਨ ਪਾਲਿਸੀ ਸਾਡੇ ਲਈ ਬਣੀ ਆ, ਸਾਨੂੰ ਵੀ ਚਾਨਣਾ ਪਾਇਆ ਜਾਵੇ। ਤਾਂ ਸਾਡੀ ਉਹਨਾਂ ਦੇ ਨਾਲ ਮੀਟਿੰਗ ਹੀ ਨਹੀਂ ਕਰਾਈ ਗਈ। ਤਾਂ ਅਸੀਂ ਇਹੀ ਪੁੱਛਣਾ ਚਾਹੁੰਦੇ ਆ ਵੀ ਉੱਥੇ ਜਾ ਕੇ ਆਪਾਂ ਬਿਆਨਬਾਜ਼ੀ ਕਰ ਰਹੇ ਆ 200-300 ਕਿਲੋਮੀਟਰ ਦੂਰ ਜਾ ਕੇ, ਜੋ ਤੁਹਾਡੇ ਬਿਲਕੁਲ ਘਰ ਦੇ ਬਾਹਰ ਬੈਠ ਕੇ ਆਏ ਆ 6 ਮਹੀਨੇ, ਉਹਨਾਂ ਨੂੰ ਤੁਸੀਂ ਕੀ ਦੇ ਰਹੇ ਹੋ, ਇਹ ਤਾਂ ਮਤਲਬ ਕਿ ਸਾਡੇ ਸਾਹਮਣੇ ਰੱਖਿਆ ਜਾਵੇ। ਬਿਲਕੁਲ ਸਹੀ ਗੱਲ ਹੈ ਜੀ। ਅਪੀਲ ਅਸੀਂ ਵੀ ਇਹੀ ਕਰਦੇ ਹਾਂ ਕਿ ਤੁਹਾਡੀਆਂ ਮੰਗਾਂ ਜਲਦੀ ਮੰਨੀਆਂ ਜਾਣ, ਕਿਉਂਕਿ ਤੁਸੀਂ ਬਹੁਤ ਵਧੀਆ ਤੇ ਪੁਖਤਾ ਸੋਲੂਸ਼ਨ ਵੀ ਨਾਲ ਦੀ ਨਾਲ ਪ੍ਰੋਵਾਈਡ ਕਰ ਰਹੇ ਹੋ। ਤੇ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ, ਤੁਹਾਡਾ ਧੰਨਵਾਦ, ਤੁਸੀਂ ਆਏ ਅੱਜ ਟਾਈਮ ਕੱਢ ਕੇ। ਬਹੁਤ-ਬਹੁਤ ਧੰਨਵਾਦ ਸਰ ਜੀ ਤੁਹਾਡਾ ਵੀ ਕਿ ਤੁਸੀਂ ਸਾਡੇ ਮੁੱਦਿਆਂ ਨੂੰ ਜਿਹੜਾ ਉਹ ਪੰਜਾਬ ਦੇ ਲੋਕਾਂ ਤੱਕ ਲੈ ਕੇ ਜਾਓਗੇ ਜੀ। ਬੜਾ ਇੰਟਰਸਟਿੰਗ ਐਪੀਸੋਡ ਮੈਨੂੰ ਲੱਗਦਾ ਅੱਜ ਦਾ, ਕਿਉਂਕਿ ਹਰ ਵਾਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਸੋਲੂਸ਼ਨ ਓਰੀਐਂਟਡ ਗੱਲ ਕਰੀਏ, ਤੇ ਅੱਜ ਤਾਂ ਸਾਮੀਆਂ ਤੋਂ ਲੈ ਕੇ ਹੱਲ ਤੋਂ ਲੈ ਕੇ ਗਵਾਂਢੀ ਸੂਬਿਆਂ 'ਚ ਕੀ ਹੋ ਰਿਹਾ ਤੇ ਕਿੰਨਾ ਵਧੀਆ ਹੋ ਰਿਹਾ, ਉਹ ਵੀ ਇੱਕ ਐਸੇ ਸੂਬਾ ਜਿਹੜਾ 55 ਸਾਲ ਪਹਿਲਾਂ ਸਾਡੇ ਤੋਂ ਹੀ ਵੱਖ ਹੋ ਕੇ ਬਣਿਆ। ਸੋ ਸੋਲੂਸ਼ਨ ਕਰਨਾ ਤਾਂ ਇਹਨਾਂ ਦਾ ਬਹੁਤ ਸੌਖਾ ਹੈ। ਜਿਵੇਂ ਅਸੀਂ ਹਰ ਐਪੀਸੋਡ 'ਚ ਹੀ ਆਲਮੋਸਟ ਗੱਲ ਕਰਦੇ ਕਿ ਇੰਟੈਂਸ਼ਨ ਜਿਹੜੀ ਹੈ ਸਰਕਾਰ ਦੀ, ਸ਼ਾਇਦ ਨੀਅਤ ਉਹਦੇ 'ਚ ਹੀ ਕਮੀ ਹੈ, ਜਾਂ ਬਿਊਰੋਕ੍ਰੇਸੀ ਜਿਹੜੇ ਸੋਲੂਸ਼ਨ ਜਲਦੀ ਤੇ ਪ੍ਰੋਪਰ ਨਹੀਂ ਲੱਭ ਪਾਉਂਦੀ ਹੈ, ਕਿਉਂਕਿ ਕਈ ਸਾਲਾਂ ਤੋਂ ਮੁਲਾਜ਼ਮ ਇਸ ਤਰ੍ਹਾਂ ਸੜਕਾਂ ਤੇ ਨੇ, ਧਰਨੇ ਦੇ ਰਹੇ ਨੇ, ਆਪਣੀਆਂ ਮੰਗਾਂ ਉਹਨਾਂ ਸਾਹਮਣੇ ਰੱਖ ਰਹੇ ਨੇ, ਸਰਕਾਰਾਂ ਬਦਲੀ ਜਾ ਰਹੀਆਂ ਨੇ ਲੇਕਿਨ ਫਿਰ ਵੀ ਹੱਲ ਨਹੀਂ ਹੋ ਰਹੇ ਨੇ। ਸੋ ਬੜਾ ਜ਼ਰੂਰੀ ਹੈ ਕਿ ਸਰਕਾਰ ਜਲਦੀ ਇਸ ਵੇਲੇ ਧਿਆਨ ਦੇਵੇ। ਵੈਸੇ ਵੀ ਚੋਣਾਂ ਦਾ ਸਮੇਂ ਹੈ, ਚੋਣ ਜਾਬਤਾ ਲੱਗਣ ਤੋਂ ਪਹਿਲਾਂ ਜੇ ਇਹੋ ਜਿਹੇ ਮਸਲੇ ਹੱਲ ਕਰਨ ਦਾ ਜਿਹੜਾ ਦਾਅਵਾ ਕਰਦੇ ਨੇ, ਜੇ ਉਹਨੂੰ ਪੂਰਾ ਕਰਨ ਤਾਂ ਸ਼ਾਇਦ ਪੋਲੀਟੀਕਲੀ ਵੀ ਉਸ ਚੀਜ਼ ਦਾ ਬੈਨੀਫਿਟ ਲੈ ਸਕਦੇ ਆ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹੋ ਜਿਹੀ ਠੰਡ ਵਿੱਚ, ਮੀਂਹ ਵਰਦੇ 'ਚ ਵੀ ਸਾਡੇ ਮੁਲਾਜ਼ਮ ਜਿਹੜੇ ਨੇ, ਕਿਉਂਕਿ ਸਾਡੇ ਪਬਲਿਕ ਦਾ ਹੀ ਹਿੱਸਾ ਨੇ, ਵੋਟਰ ਨੇ, ਉਹ ਇਸ ਤਰ੍ਹਾਂ ਇੱਥੇ ਬੈਠੇ ਰਹਿਣ। ਸੋ ਅਗਲੀ ਵਾਰ ਫੇਰ ਮੁਲਾਕਾਤ ਕਰਾਵਾਂਗੇ ਹੋਰ ਮੁਲਾਜ਼ਮਾਂ ਨਾਲ ਜਿਹੜੇ ਇਸੇ ਤਰ੍ਹਾਂ ਰੁਲ ਰਹੇ ਨੇ ਸਰਕਾਰਾਂ ਦੇ ਹੱਥੋਂ। ਤਦ ਤੱਕ ਦੇ ਲਈ ਬਣੇ ਰਹੋ ਪੰਜਾਬ ਟੁਡੇ ਦੇ ਨਾਲ।